ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਤਿਗੁਰੂ ਕਹਿੰਦੇ ਨੇ ਵੀ ਇਹ ਵਾਹਿਗੁਰੂ ਭਟਕਦਾ ਹੋਇਆ ਮੈਂ ਹੁਣ ਤੇਰੀ ਸ਼ਰਨ ਦੇ ਵਿੱਚ ਆ ਗਿਆ, ਤੇ ਮੇਰੀ ਅਰਦਾਸ ਇਹ ਹੈ ਕਿ ਮੈਨੂੰ ਹੁਣ ਆਪਣੀ ਭਗਤੀ ਦੀ ਦਾਤ ਦੇ। ਇਹਦੇ ਇੱਕ ਅੱਖਰੀ ਅਰਥ ਬਣ ਜਾਂਦੇ ਨੇ। ਤੇ ਇੱਕ ਸੁਭਾਵਿਕ ਜੀ ਗੱਲ ਅਸੀਂ ਕਹਿੰਦੇ ਹੁੰਦੇ ਹਾਂ ਵੀ ਜਦੋਂ ਤੱਕ ਸਾਨੂੰ ਪਿਆਸ ਨਾ ਹੋਵੇ ਤੇ ਸਾਡੇ ਸਾਹਮਣੇ ਪਾਣੀ ਦਾ ਕਿੱਡਾ ਵੀ ਵਧੀਆ ਕੋਈ ਸੋਰਸ ਹੋਵੇ, ਸਾਨੂੰ ਉਹ ਬੇਕਾਰ ਦੀ ਚੀਜ਼ ਲੱਗਦੀ ਹੈ। ਭੁੱਖ ਲੱਗੀ ਹੋਵੇ ਤੇ ਅਸੀਂ ਕਈ ਕੁਝ ਖਾ ਸਕਦੇ ਹਾਂ, ਭੁੱਖ ਨਾ ਲੱਗੀ ਹੋਵੇ ਤੇ ਸਵਾਦ ਚੀਜ਼ ਵੀ ਸੁੱਟ ਦਿੱਤੀ ਜਾਂਦੀ ਹੈ। ਇਹ ਬਿਲਕੁਲ ਇੱਦਾਂ ਦੀ ਗੱਲ ਹੈ। ਅਸੀਂ ਇਕੱਲੇ ਫਿਰਤ ਫਿਰਤ ਦੇ ਅਰਥਾਂ ਨੂੰ ਜਦੋਂ ਤੱਕ ਨਹੀਂ ਸਮਝਦੇ, ਸਾਡੇ ਕੋਲੋਂ ਭਗਤੀ ਮੰਗੀ ਵੀ ਨਹੀਂ ਜਾਣੀ। ਇਹ ਤਾਂ ਇੱਦਾਂ ਦੀ ਇੱਕ ਤੜਪ ਹੈ, ਇੱਦਾਂ ਦੀ ਇੱਕ ਅਰਦਾਸ ਹੈ। ਸਾਰੀ ਅਸ਼ਟਪਦੀ ਅਰਦਾਸ ਦੇ ਰੂਪ ਦੇ ਵਿੱਚ ਹੀ ਹੈ ਕਿ ਮਹਾਰਾਜ ਦੇ ਕੋਲੋਂ ਅਰਦਾਸ ਕਿੱਦਾਂ ਕਰਦੀ ਹਾਂ ਅਸੀਂ। ਪਰ ਇਹ ਇੱਦਾਂ ਦੀ ਇੱਕ ਅਰਦਾਸ ਹੈ ਜਿੱਦਾਂ ਕਿਸੇ ਬੰਦੇ ਨੂੰ ਪਾਣੀ ਨਾ ਮਿਲਿਆ ਹੋਵੇ ਸਾਰਾ ਦਿਨ, ਤੇ ਬਾਅਦ ਦੇ ਵਿੱਚ ਇੱਕ ਉਹਨੂੰ ਬੂੰਦ ਪਾਣੀ ਦੀ ਨਜ਼ਰ ਕਿਤੇ ਆਈ ਹੋਵੇ, ਤੇ ਜਿਹਦੇ ਕੋਲ ਪਾਣੀ ਹੈ ਨਾ ਉਹਦੇ ਕੋਲ ਉਹ ਤਰਲੇ ਕਿਵੇਂ ਕਰੇਗਾ ਵੀ ਸਾਰਾ ਦਿਨ ਭਟਕ ਲਿਆ, ਮੈਨੂੰ ਇੱਕ ਪਾਣੀ ਦੀ ਬੂੰਦ ਦੇ ਦੇ ਬਸ, ਸਾਰਾ ਦਿਨ ਮੈਂ ਭਟਕ ਲਿਆ ਹੈ। ਤੇ ਮਹਾਰਾਜ ਜੀ ਨੇ ਇਹ ਸਿਰਫ ਆਪਣੇ ਇੱਕ ਇੱਦਾਂ ਕਹਿ ਲਈਏ ਵੀ ਦਿਲ ਦੀ ਭਾਵਨਾ ਦੇ ਵਿੱਚੋਂ ਨਿਕਲਦੀਆਂ ਗੱਲਾਂ ਨੇ। ਸਾਨੂੰ ਇੰਝ ਲੱਗੇਗਾ ਨਾ ਵੀ ਸਾਡਾ ਸਫ਼ਰ ਤੇ ਅੱਧੇ ਕੁ ਘੰਟੇ ਦਾ ਹੈ, 2 ਘੰਟੇ ਦਾ ਹੈ, ਤੇ ਸਾਨੂੰ ਕੋਈ ਬਹੁਤਾ ਫੀਲ ਵੀ ਨਹੀਂ ਹੁੰਦਾ ਵੀ ਕੀ ਮੰਗਣਾ, ਕੋਈ ਨਹੀਂ, ਛੋਟੀ ਜੀ ਤੇ ਜ਼ਿੰਦਗੀ ਹੈ। ਪਰ ਸਤਿਗੁਰੂ ਇੱਦਾਂ ਨਹੀਂ ਕਹਿੰਦੇ। ਮੈਂ ਅਕਸਰ ਆਪ ਜੀ ਦੇ ਨਾਲ ਇਸ ਗੱਲ ਦੀ ਬੇਨਤੀ ਕਰਦਾ ਹੁੰਦਾ ਹਾਂ। ਹਜ਼ੂਰ ਕਹਿੰਦੇ ਨੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਵੀ ਤੇਰੇ ਘਰ 'ਚ ਕੀ ਨਹੀਂ ਹੈਗਾ। ਇਹਦਾ ਮਤਲਬ ਹੈ ਵੀ ਉਹਦੇ ਘਰ 'ਚ ਪੇਸ਼ੈਂਸ ਵੀ ਬੜਾ ਹੈ, ਸਬਰ ਵੀ ਬੜਾ ਹੈ। ਉਹ ਇੱਦਾਂ ਦਾ ਨਹੀਂ, ਇੰਨੀ ਜਲਦੀ ਹੋਸ਼ਾ ਨਹੀਂ ਪੈ ਜਾਂਦਾ ਵੀ ਤੈਨੂੰ ਮੈਂ ਐਸੇ ਜਨਮ ਦੇ ਵਿੱਚ ਜਾਂ ਇਸੇ ਜ਼ਿੰਦਗੀ ਦੇ ਵਿੱਚ ਤੈਨੂੰ ਆਪਣੇ ਨਾਲ ਜੋੜ ਕੇ ਤੇ ਬੰਨੇ ਕਰ ਦੇਣਾ ਹੈ। ਉਹਦੇ 'ਚ ਸਬਰ ਬੜਾ ਹੈ। ਇਸ ਪਾਸੇ ਤੋਂ ਉਹ ਅੰਤ ਤੱਕ ਇਸੇ ਚੀਜ਼ ਨੂੰ ਵੇਖਦਾ ਪਿਆ ਹੈ ਕਿ ਮੇਰੀ ਇੱਛਾ ਹੈ ਇਸ ਪਾਸੇ ਆਉਣ ਦੀ। ਐਵੇਂ ਤੇ ਨਹੀਂ ਵੀ ਕਿਤੇ ਧੱਕੇ ਦੇ ਜੇ ਨਾਲ ਜੋੜ ਦਿੱਤਾ ਵੀ ਕੋਈ ਨਹੀਂ ਤੂੰ ਆ ਹੀ ਆ। ਜੇ ਧੱਕਾ ਹੀ ਕਰਾਉਣਾ ਸੀ ਰੱਬ ਨੇ ਤਾਂ ਫਿਰ ਜਾਨਵਰਾਂ ਦੀ ਜੂਨ ਦੇ ਵਿੱਚ ਪਾ ਦਿੰਦਾ, ਵਿਚਾਰੇ ਮਰਜ਼ੀ ਨਹੀਂ ਕਰਦੇ। ਮਨੁੱਖ ਕਿਉਂ ਮਰਜ਼ੀ ਕਰ ਸਕਦਾ ਹੈ? ਕਿੰਨੀ ਚੋਇਸ ਹੈ ਨਾ ਬੰਦੇ ਦੇ ਕੋਲ। ਪੂਰੀ ਤੁਸੀਂ ਜਾਤੀ ਵੇਖ ਲਓ, ਪੂਰੀਆਂ ਬਾਕੀ ਜੂਨਾਂ ਵੇਖ ਲਓ, ਕਿੰਨੀ ਕੁ ਮਰਜ਼ੀ ਹੈ ਉਹਨਾਂ ਦੇ ਕੋਲ। ਬੰਦੇ ਦੇ ਕੋਲ ਕਿੰਨੀ ਆਜ਼ਾਦੀ ਹੈ। ਉਹਦਾ ਆਜ਼ਾਦੀ ਦੇਣ ਦਾ ਮਕਸਦ ਹੀ ਇੰਨਾ ਹੈ, ਇਹਨੂੰ ਬਾਹਰ ਦੀ ਦੁਨੀਆ ਕੋਈ ਕੁਝ ਆਖੇ, ਕੀ ਆਖਦੀ ਹੈ, ਕੋਈ ਫਰਕ ਨਹੀਂ ਪੈਂਦਾ। ਉਹਦਾ ਆਜ਼ਾਦੀ ਦੇਣ ਦਾ ਮਤਲਬ ਹੀ ਇਹ ਹੈ ਵੀ ਮੈਂ ਤੈਨੂੰ ਆਜ਼ਾਦੀ ਦਿੱਤੀ ਹੈ, ਨਾ ਤੇ ਮੇਰੇ ਘਰ ਜਨਮਾਂ ਦਾ ਘਾਟਾ ਤੇ ਨਾ ਮੇਰੇ ਘਰ ਮੌਤਾਂ ਦਾ ਘਾਟਾ, ਤੇ ਨਾ ਮੇਰੇ ਘਰ ਫਿਰਨ ਤੁਰਨ ਦਾ ਘਾਟਾ ਵੀ ਤੂੰ ਚਾਹੇ ਤੇ ਜਿੰਨਾ ਮਰਜ਼ੀ ਭਟਕ ਲੈ ਇਸ ਜ਼ਿੰਦਗੀ ਦੇ ਵਿੱਚ। ਪਰ ਉਸ ਭਟਕਣ ਦੇ ਐਕਸਪੀਰੀਅੰਸ ਦੇ ਵਿੱਚੋਂ ਤੇਰੇ ਅੰਦਰੋਂ ਜਦੋਂ ਇਹ ਗੱਲ ਨਿਕਲੇਗੀ ਨਾ ਕਿ ਬਹੁਤ ਜਨਮ ਬਿਛਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ, ਉਹ ਤੇਰੇ ਐਕਸਪੀਰੀਅੰਸ 'ਚੋਂ ਅਰਦਾਸ ਨਿਕਲੇਗੀ। ਉਹ ਅਰਦਾਸ ਤੇਰੇ ਲਈ ਕੁਝ ਜ਼ਿਆਦਾ ਕੰਮ ਕਰੇਗੀ। ਜੇ ਆਹ ਫਿਰਤ ਫਿਰਤ ਐਕਸਪੀਰੀਅੰਸ 'ਚੋਂ ਨਹੀਂ ਨਾ ਨਿਕਲਦਾ ਪਿਆ, ਉੱਤੋਂ ਹੋ ਜਾਂਦਾ ਵੀ ਫਿਰਤ ਫਿਰਤ ਪ੍ਰਭ ਆਇਆ। ਜਿਹਨੂੰ ਪਿਆਸ ਹੀ ਨਹੀਂ ਲੱਗੀ ਉਹਨੂੰ ਪਾਣੀ ਦੇ ਗਲਾਸ ਦਾ ਮਤਲਬ ਹੀ ਨਹੀਂ ਹੈ। ਜਿਹਨੂੰ ਵਾਕਿਆ ਹੀ ਇਸ ਗੱਲ ਦਾ ਐਕਸਪੀਰੀਅੰਸ ਹੋ ਜਾਵੇ ਵੀ ਮੈਂ ਵਾਕਿਆ ਹੀ ਬਹੁਤ ਭਟਕਿਆ ਹਾਂ, ਤੇ ਦਿਲ ਤੋਂ ਗੱਲ ਨਿਕਲਦੀ ਪਈ ਆ ਵੀ ਸੱਚੇ ਪਾਤਸ਼ਾਹ ਤੇਰੀ ਸ਼ਰਨ ਦੇ ਵਿੱਚ ਆ ਗਿਆ ਹਾਂ। ਹਜ਼ੂਰ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ, ਆਪਾਂ ਉਹਨੂੰ ਕਹਿ ਲਈਏ ਤੇ ਫਿਰ ਅਸੀਂ ਅਸ਼ਟਪਦੀ ਦੀ ਵਿਚਾਰ ਦੇ ਵੱਲ ਆਵਾਂਗੇ। ਇਹ ਵੀ ਨਾ 2 ਤਰੀਕਿਆਂ ਦੇ ਖਿਆਲ ਨੇ। ਕਈ ਤੇ ਕਹਿੰਦੇ ਨੇ ਵੀ ਐਸੇ ਜਨਮ ਦੇ ਵਿੱਚ ਜਿਹੜਾ ਹੈ ਉਹ ਫਿਰ ਕੇ ਆ ਗਿਆ, ਤੇ ਕਈ ਕਹਿੰਦੇ ਨੇ ਵੀ ਨਹੀਂ, ਬੜੇ ਜਨਮਾਂ ਜਨਮਾਂਤਰਾਂ ਦੀ ਗੱਲ ਹੈ। ਮੈਂ ਇਹਨੂੰ ਇਸ ਪਾਸੇ ਤੋਂ ਕਹਿੰਦਾ ਹੁੰਦਾ ਹਾਂ ਕਿ ਸਾਡਾ ਮਕਸਦ ਹੈ ਗੁਰੂ ਦੀ ਗੱਲ ਨੂੰ ਸਮਝਣਾ, ਤੇ ਗੁਰੂ ਗੱਲ ਕਿੱਦਾਂ ਕਰਦਾ ਪਿਆ ਹੈ। ਲੜਾਈਆਂ ਇਸ ਗੱਲ ਦੀਆਂ ਨਹੀਂ ਨੇ ਵੀ ਅਸੀਂ ਕਿੱਦਾਂ ਉਹਦੀ ਵਿਆਖਿਆ ਕਰਦੇ ਪਏ ਹਾਂ। ਸਾਡੇ ਅੰਦਰ ਤੜਪ ਤੇ ਇਸ ਪਾਸੇ ਦੀ ਹੋਵੇ ਨਾ ਵੀ ਆਪਣੀ ਭਗਤੀ ਲਾਏ, ਵੀ ਹੁਣ ਸਾਨੂੰ ਭਗਤੀ ਦੇ ਵਿੱਚ ਲਾ ਲੈ। ਇਹ ਮੇਨ ਗੱਲ ਹੈ। ਸਤਿਗੁਰੂ ਕਹਿੰਦੇ ਨੇ ਕਿ ਜਦੋਂ ਮੈਂ ਜ਼ਿੰਦਗੀ ਦੇ ਵਿੱਚ ਆਇਆ ਹਾਂ, ਘਰ ਦਰ ਫਿਰ ਥਾਕੀ ਬਹੁ ਤੇਰੇ। ਸੱਚੇ ਪਾਤਸ਼ਾਹ ਇਹ ਜਿਹੜੀ ਮੇਰੀ ਜ਼ਿੰਦ ਹੈ ਨਾ, ਮੇਰੀ ਜੋ ਅੰਦਰ ਆਤਮਾ ਹੈ, ਇੱਦਾਂ ਕਹਿ ਲਈਏ ਜਾਂ ਕੁਝ ਵੀ ਕਹਿ ਲਈਏ, ਜੋ ਕੌਨਸ਼ੀਅਸ ਹੈ ਮੇਰੇ ਅੰਦਰ,
फिर थाकी बहु तेरे। ये बड़ियां थावां नूं फिर फिर के थक चुकी है। और वेखो गुरबाणी दे कुछ बोल इस पासे दी सानू गवाही दिंदे ने। हजूर दे शब्द नूं तुसीं शायद जाणदे होवोगे, कई जन्म पए कीट पतंगा। किन्नियां जूनां ने ਜਿਹੜੀਆਂ सिर्फ इदां ने पितृगत जूनां ने, टेढ़ियां ने, सीधियां खड़ियां भी नहीं हो सकदियां साडे वांगू। कीड़े मकौड़े की वैल्यू है। कई जन्म गज मीन कुरंगा। किन्नियां जूनां ने हाथियां वर्गियां, मच्छियां वर्गियां। ते बाबा कबीर दा मैं बचन, क्योंकि ये चलो कई जन्म हैबर बृख होयो, पंखी सर्प होयो, कई जन्म हैबर बृख जोयो, चिरंकाल एह दे संजरिया, मिल जगदीश मिलन की बरिया। महाराज कहते भी वेख तू कित्थों कित्थों घूम के आया है। और गुरमत कहती है भी शरीर के खत्म होने दे नाल तुसीं खत्म नहीं हो जाते। वो तां पता लगता है। मैं सिर्फ इस करके बेनती करता पिया हाँ, हालांकि ये विशा होर है। सिर्फ एक एक्सपीरियंस होवे। जिस बंदे की उम्र 20 साल है उन्होंने 20 सालों का एक्सपीरियंस है, तो जिहदी उम्र ही हज़ारां साल है, जिहड़ा अनंत दे नाल जुड़िया है, उसका एक्सपीरियंस भी अनंत का है। इस करके असीं कदी छोटा नहीं सोचते। तो महाराज जी ने गल की है, बाबा कबीर कहते ने कि सच्चे पातशाह जदों मैं इस दुनिया दे विच आया हाँ, ऐसे घर हम बहुत बसाए जब हम राम गर्भ होए आए। सच्चे पातशाह जदों मैं इस दुनिया दे विच आया हाँ ना, तो इस दुनिया दे विच आउण तो पहला मैं पता नहीं किन्नियां शरीरां दे विचों घुम घुम के आ गया हाँ। ये एक विशा है गुरमत दा। इस करके सिर्फ इनू संखेप जिहा समझ लईए भी सच्चे पातशाह मैं भटक भटक के ते मैं तेरी शरण दे विच आ गया हाँ। हुण मैनू बाकियां दे आसरे मुक गए ने। जदों मैं अरदास करदा हाँ ना, तो मैनू वाहिगुरू बख्श लवे। जिन्हां दा भरोसा है, नमस्कार है उन्हां दे चरनां दे उत्ते। बहुतिआं नूं इंज लगन लग पैंदा है भी नाम ही अरदास करदे ते मेरा हो ही जाना सी क्लीयर, ये तो मैं हल कर ही लैना सी, ते एवें अरदास कर लई। वो फिर ना इदां मैं शब्द वरतांगा, फजूल जिहा काम लगन लग पैंदा भी नाम ही अरदास करदे ते हो ही जाना सी। वो तो पहलां सोचना पैंदा ना भी जदों उदों अरदास करदा सां ते उदों मेरी हालत की सी। हट जांदे ने बड़ियां लोकां नूं भी दीवार दे उत्ते चढ़ गए ने, छत ते चढ़ गए ने, हुण की लगे पौड़ी दे नाल, पौड़ी सुੱਟ दो परे। इदां दी गल हो गई। हजूर कहंदे ने मैनू मेरी भटकणा दा भी पता है भी मैं किद्दां तड़पिया हाँ, तो मैं बाकियां दे आसरे भी लैके वेखे सी, हुण किसी ने मदद नहीं कीती। इस करके अपने आप ही बाकी आसरे छुट गए ने, तो मैं तेरी शरण दे विच आया हाँ। फिर कह देवां एक्सपीरियंस दे विचों निकली अरदास है। ये सीधे सीधे बोल नहीं ने, पढ़दिआं नूं भावें सुखमनी साहिब याद हो जाता है, सलोक तो 20-25 दिनां बाद ही बंदे नूं याद हो जाते हैं। इस करके फिरत फिरत प्रभ आया, ए वाहिगुरू बड़े जन्मां तो फिरदा होया, भटकदा होया मैं तेरी शरण दे विच आया हाँ। ए प्रभु परया तो सरनाए, नानक की प्रभ बेनती। ए वाहिगुरू हुण मेरी तेरे अगे बेनती है। बेनती की है? अपनी भगती लाए, मैनू अपनी भगती दे नाल जोड़ लै, मैनू अपने चरनां दे नाल जोड़ लै। ये जीवन तेरे लेखे दे विच लग जावे। फिर अष्टपदी दे रूप दे विच भी अरदास ही है। अष्टपदी जाचक जन जाचै प्रभ दान। जाचक का मतलब हुंदा है मंगता। ए वाहिगुरू मंगता हो के ते सेवक तेरे अगों एक दान मंगदा पिया है। दान करन वाला कौन है? रब। बंदा दान नहीं करता, बंदा वंडदा है। जाचक जन जाचै प्रभ दान। वाहिगुरू मंगता हो के ते एक सेवक जिहड़ा है वो तेरे कोलों दान मंगदा पिया है। कर किरपा देवो हर नाम। ए वाहिगुरू किरपा करो ते मैनू अपने नाम दी दात बख्शो। साध जना की मांगों धूर। ए वाहिगुरू मैं तेरे कोलों रब दे प्यारियां दे चरनां दी धूड़ मंगदा हाँ, साधु दे चरनां दी धूड़ मंगदा हाँ। पार ब्रह्म मेरी शरधा पूर। ऐ वाहिगुरू मेरी ऐस शरधा नूं पूरी कर, मेरी इस इच्छा नूं पूरी कर। किहड़ी इच्छा है? कि मैनू रब दे प्यारियां दी संगत मिलदी रवे। सदा सदा प्रभ के गुण गावों। ऐ वाहिगुरू अरदास मेरी ये है मैं सदा तेरियां गुणां नूं गावां। सास सास प्रभ तुमै ध्यावों। हर साह दे नाल तैनूं ध्यावां, हर साह दे नाल तैनूं चेते करां। सास सास प्रभ तुमै ध्यावों। चरण कमल स्यों लागै प्रीत। तेरे कमल वर्गे चरनां दे नाल मेरा प्यार जुड़ जावे। असी कमल चरण कमल की गल बहुत बार पढ़ते हाँ। इहदा भाव है कोमलता।
ਇਹਦਾ ਭਾਵ ਹੈ ਸੁੰਦਰਤਾ, ਭਾਵ ਕਿ ਤੇਰੇ ਚਰਨਾਂ ਦੇ ਨਾਲ ਮੇਰਾ ਧਿਆਨ ਜੁੜਿਆ ਰਵੇ, ਮੈਂ ਇੱਧਰਲੇ ਪਾਸੇ ਲੱਗਾ ਰਵਾਂ, ਤੇਰੇ ਵਾਲੇ ਪਾਸੇ। ਭਗਤ ਕਰੋ ਪ੍ਰਭ ਕੀ ਨਿਤ ਨੀਤ, ਨਿਤ ਐ ਵਾਹਿਗੁਰੂ ਮੈਂ ਪ੍ਰਭੂ ਦੀ ਭਗਤੀ ਕਰਾਂ, ਨਿਤ ਤੇਰੀ ਭਗਤੀ ਕਰਾਂ। ਇਹ ਬੇਨਤੀ ਚੱਲਦੀ ਪਈ ਹੈ ਅਰਦਾਸ ਦੇ ਰੂਪ ਦੇ ਵਿੱਚ, ਜਿੱਥੇ ਅਸੀਂ ਬਾਕੀ ਗੱਲਾਂ ਮੰਗਦੇ ਹਾਂ, ਸਾਡਾ ਕਾਰੋਬਾਰ ਚੱਲੇ, ਸਾਡੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਰਵੇ, ਸਾਡੇ ਪਰਿਵਾਰਾਂ ਦੇ ਵਿੱਚ ਖੁਸ਼ੀ ਰਵੇ, ਸਾਡਾ ਸਾਰਾ ਆ ਜੋ ਜ਼ਿੰਦਗੀ ਦਾ ਪਾਸਾ ਹੈ ਇਹ ਬੜਾ ਵਧੀਆ ਚੱਲਦਾ ਰਵੇ। ਮਹਾਰਾਜ ਕਹਿੰਦੇ ਉੱਥੇ ਇਹਨਾਂ ਚੀਜ਼ਾਂ ਨੂੰ ਵੀ ਮੰਗ ਕੇ ਵੇਖੋ ਵੀ ਸੱਚੇ ਪਾਤਸ਼ਾਹ ਘੱਟੋ ਘੱਟ ਆਪਣੇ ਨਾਮ ਦੀ ਦਾਤ ਦੇ। ਨਾਮ ਤੋਂ ਬਿਨਾਂ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਵੀ ਜਿਹੜੀਆਂ ਨੇ ਉਹ ਫਿਰ ਕਿਹੜੇ ਪਾਸੇ ਲੱਗ ਜਾਣਗੀਆਂ। ਉਹ ਚੀਜ਼ਾਂ ਤਾਂ ਹੀ ਨੇ ਕਿ ਅਸੀਂ ਨਾਮ ਕਮਾ ਸਕੀਏ। ਅਸੀਂ ਕੱਲ੍ਹ ਇਸ ਪਾਸੇ ਤੋਂ ਵਿਚਾਰਿਆ ਹੈ, ਏਕ ਓਟ ਇੱਕੋ ਆਧਾਰ, ਐ ਵਾਹਿਗੁਰੂ ਇੱਕੋ ਨਾਮ ਹੀ ਮੇਰੀ ਜ਼ਿੰਦਗੀ ਦਾ ਆਸਰਾ ਬਣ ਜਾਵੇ, ਇੱਕੋ ਨਾਮ ਹੀ ਮੇਰੀ ਜ਼ਿੰਦਗੀ ਦੀ ਓਟ ਹੋ ਜਾਵੇ। ਨਾਨਕ ਮੰਗੈ ਨਾਮ ਪ੍ਰਭ ਸਾਰ, ਐ ਵਾਹਿਗੁਰੂ ਤੇਰਾ ਸ੍ਰੇਸ਼ਟ ਨਾਮ ਦਾਸ ਤੇਰੇ ਕੋਲੋਂ ਮੰਗਦਾ ਹੈ। ਸਾਰ ਦਾ ਮਤਲਬ ਹੈ ਸ੍ਰੇਸ਼ਟ। ਹਜ਼ੂਰ ਦਾ ਬਚਨ ਵੇਖੋ, ਨਾਨਕ ਮੰਗੈ ਨਾਮ ਪ੍ਰਭ ਸਾਰ, ਵਾਹਿਗੁਰੂ ਮੈਂ ਤੇਰੇ ਕੋਲੋਂ ਨਾਮ ਮੰਗਦਾ ਹਾਂ। ਕਿਸੇ ਵੇਲੇ ਅਸੀਂ ਕਹਿ ਦਿੰਦੇ ਹਾਂ ਜੀ ਮਹਾਰਾਜ ਕਹਿੰਦੇ ਜੀ ਨਾਮ ਜਪੋ, ਸਾਨੂੰ ਪਤਾ ਨਹੀਂ ਵੀ ਨਾਮ ਹੈ ਕੀ ਹੈ। ਅਤੇ ਸਤਿਗੁਰੂ ਕਹਿੰਦੇ ਅਰਦਾਸ ਕਰਕੇ ਵੇਖ ਲਓ ਨਾ, ਤੁਸੀਂ ਮੰਗੋ ਨਾ ਵੀ ਨਾਮ ਹੈ ਕੀ ਹੈ, ਆਪੇ ਮਾਲਕ ਇਸ ਬਾਤ ਦੀ ਸਮਝ ਦੇਵੇ। ਨਾਨਕ ਮੰਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ। ਜਿਹਦੇ ਉੱਤੇ ਵਾਹਿਗੁਰੂ ਆਪਣੀ ਕਿਰਪਾ ਕਰ ਦਿੰਦਾ ਹੈ, ਫਿਰ ਸਤਿਗੁਰੂ ਕਹਿੰਦੇ ਬੇਅੰਤ ਸੁਖ ਹੋ ਜਾਂਦਾ ਹੈ। ਚੌਪਈ ਸਾਹਿਬ ਦੇ ਅੰਦਰ ਤੁਸੀਂ ਪੜ੍ਹਦੇ ਹੋ, ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਹੁ, ਤਾਕੇ ਤਾਪ ਤਨਕ ਮੋਹ ਹਰਹੁ। ਤਨਕ ਦਾ ਮਤਲਬ ਬਿਲਕੁਲ ਥੋੜ੍ਹਾ ਜਿਹਾ ਸਮਾਂ। ਇਹ ਵਾਹਿਗੁਰੂ ਜੀ ਦੇ ਉੱਤੇ ਤੁਸੀਂ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹੋ, ਉਹਦੇ ਹਉਮੈ ਦੇ ਰੋਗ, ਉਹਦੇ 3 ਤਾਪ ਜਿਹੜੇ ਤੇ ਤਨਕ ਦੇ ਵਿੱਚ ਇੱਕ ਪਲ ਦੇ ਵਿੱਚ ਹੀ ਹਰ ਲੈਂਦੇ ਹੋ, ਖਤਮ ਕਰ ਦਿੰਦੇ ਹੋ। ਫਿਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ। ਪਰ ਸਤਿਗੁਰੂ ਕਹਿੰਦੇ ਇਹ ਜਿਹੜਾ ਵਾਹਿਗੁਰੂ ਦੇ ਨਾਮ ਦਾ ਟੇਸਟ ਹੈ ਨਾ, ਇਹ ਕੋਈ ਵਿਰਲਾ ਹੀ ਪਾਉਂਦਾ ਹੈ। ਟੇਸਟ ਇੱਦਾਂ ਹੈ ਕਿ ਜਿੱਦਾਂ ਅਸੀਂ ਕੋਈ ਚੀਜ਼ ਖਾਧੀ ਹੋਵੇ ਅਤੇ ਉਹਦਾ ਸਵਾਦ ਸਾਨੂੰ ਕੁਝ ਕੁ ਸਮਾਂ 'ਤੇ ਰਹਿੰਦਾ ਹੈ ਨਾ, ਵੀ ਹਾਂ ਮੈਨੂੰ ਪਤਾ ਹੈ ਵੀ ਮੈਂ ਆਹ ਚੀਜ਼ ਖਾ ਕੇ ਹਟਿਆ ਹਾਂ, ਸ਼ਾਇਦ ਖਾ ਲਿਆ, ਮਿੱਠਾ ਖਾ ਲਿਆ, ਕੁਝ ਵੀ ਖਾ ਲਿਆ, ਘੱਟੋ ਘੱਟ ਕੁਝ ਸਮਾਂ 'ਤੇ ਜ਼ੁਬਾਨ 'ਤੇ ਅਸਰ ਰਹਿੰਦਾ ਹੈ ਨਾ। ਇੱਦਾਂ ਇੱਕ ਨਾਮ ਦਾ ਟੇਸਟ ਹੈ ਜਿਹੜਾ ਆਪਣੇ ਅੰਦਰ ਪ੍ਰਭਾਵ ਪਾਈ ਰੱਖਦਾ ਹੈ। ਬਾਹਰ ਦੀਆਂ ਚੀਜ਼ਾਂ ਖਾ ਕੇ ਚੀਜ਼ ਤਾਂ ਅੰਦਰ ਚਲੀ ਗਈ ਹੈ ਗਲੇ ਤੋਂ, ਪਰ ਚੀਜ਼ ਦਾ ਅਜੇ ਵੀ ਜ਼ੁਬਾਨ 'ਤੇ ਟੇਸਟ ਹੈ ਨਾ। ਇੱਦਾਂ ਨਾਮ ਦਾ ਟੇਸਟ ਜਿਹੜਾ ਹੈ ਨਾ ਉਹ ਸਾਡੇ ਆਲੇ ਦੁਆਲੇ ਸਾਡੇ ਅੰਦਰ ਬਣਿਆ ਰਹਿੰਦਾ ਹੈ। ਪਰ ਸਤਿਗੁਰੂ ਕਹਿੰਦੇ ਪਰ ਇਹ ਟੇਸਟ ਜਿਹੜਾ ਹੈ ਨਾ ਕੋਈ ਵਿਰਲਾ ਹੀ ਮਾਣਦਾ ਹੈ, ਕਿਸੇ ਵਿਰਲੇ ਨੂੰ ਇਸ ਟੇਸਟ ਦਾ ਪਤਾ ਹੈ। ਹਰ ਰਸ ਪਾਵੈ ਬਿਰਲਾ ਕੋਏ, ਜਿਨ ਚਾਖਿਆ ਸੇ ਜਨ ਤ੍ਰਿਪਤਾਨੇ। ਜਿਹੜੇ ਇਹਨੂੰ ਚੱਖਦੇ ਨੇ, ਇਸ ਨਾਮ ਰਸ ਨੂੰ ਚੱਖਦੇ ਨੇ, ਰੱਜ ਜਾਂਦੇ ਨੇ। ਰੱਜ ਜਾਂਦੇ ਨੇ ਉਹਦਾ ਭਾਵ ਇਹ ਨਹੀਂ ਆ ਵੀ ਉਹ ਕਦੀ ਰੋਟੀ ਨਹੀਂ ਖਾਂਦੇ। ਰੱਜ ਜਾਣ ਦਾ ਮਤਲਬ ਹੈ ਵੀ ਸੈਟਿਸਫਾਈ ਹੋ ਜਾਂਦੇ ਨੇ। ਆਪਾਂ ਅਕਸਰ ਇੱਕ ਗੱਲ ਕਹਿੰਦੇ ਹੁੰਦੇ ਹਾਂ ਵੀ ਕਿਸੇ ਵੇਲੇ ਬੰਦੇ ਦਾ ਪੇਟ ਭਰ ਜਾਂਦਾ ਅਤੇ ਅੱਖਾਂ ਭਰਦੀਆਂ ਹੀ ਨੇ। ਉਹਨਾਂ ਬੰਦਿਆਂ ਦੀਆਂ ਅੱਖਾਂ ਰੱਜੀਆਂ ਹੋਈਆਂ ਨੇ, ਨੀਤ ਦੇ ਰੱਜੇ ਹੋਏ ਨੇ ਬੰਦੇ। ਭੁੱਖ ਨਹੀਂ ਹੈ ਜ਼ਿੰਦਗੀ ਦੇ ਵਿੱਚ। ਹਜ਼ੂਰ ਕਹਿੰਦੇ ਨੇ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ। ਕੰਪਲੀਟ ਹਿਊਮਨ, ਪੂਰਨ ਪੁਰਖ ਬਣ ਗਏ, ਡੋਲਦੇ ਨਹੀਂ ਨੇ ਕਿਸੇ ਗੱਲ ਤੋਂ, ਕਿਉਂਕਿ ਜਿਹੜਾ ਪੂਰਨ ਹੈ ਪੂਰਨ ਕਬਹੁ ਨਾ ਡੋਲਤਾ। ਮਹਾਰਾਜ ਨੇ ਇਸ ਪਾਸੇ ਤੋਂ ਸਾਡੇ ਸਾਹਮਣੇ ਗੱਲ ਰੱਖ ਦਿੱਤੀ ਹੈ ਵੀ ਜ਼ਿੰਦਗੀ ਦੇ ਵਿੱਚ ਕੁਝ ਵੀ ਉਹਨਾਂ ਦੇ ਹੋ ਰਿਹਾ ਹੈ ਬਿਲਕੁਲ ਸ਼ਾਂਤ ਨੇ। ਬਿਲਕੁਲ ਇੱਦਾਂ ਹੈ ਵੀ ਜਿੰਨੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਗਹਿਰਾਈ ਆ ਗਈ ਹੈ ਓਨੀ ਹੀ ਸ਼ਾਂਤੀ ਹੋਰ ਵੱਧ ਗਈ ਜ਼ਿੰਦਗੀ ਦੇ ਵਿੱਚ, ਔਰ ਕਦੀ ਡੋਲਦੇ ਨਹੀਂ ਨੇ ਜਿਨ੍ਹਾਂ ਨੂੰ ਇਸ ਨਾਮ ਦਾ ਸਵਾਦ ਆ ਗਿਆ ਹੈ। ਹਜ਼ੂਰ ਕਹਿੰਦੇ ਨੇ ਪੂਰਨ ਪੁਰਖ ਨਹੀਂ ਡੋਲਾਨੇ, ਸੁਭਰ ਭਰੇ ਪ੍ਰੇਮ ਰਸ ਰੰਗ। ਰੱਬ ਦੇ ਪਿਆਰ ਦੇ ਨਾਲ ਚੰਗੀ ਤਰ੍ਹਾਂ ਭਰੇ ਹੋਏ ਨੇ, ਉਹਨਾਂ ਦੇ ਅੰਦਰ ਹੋਰ ਕਿਸੇ ਚੀਜ਼ ਦੀ ਥਾਂ ਹੀ ਨਹੀਂ। ਜਦੋਂ ਕਿਸੇ ਗੱਲ ਤੋਂ ਕਿਸੇ ਬੰਦੇ ਦੀ ਸੁਰਤ ਜੁੜੀ ਹੋਵੇ ਨਾ ਅਤੇ ਉਹਨੂੰ ਕੋਈ ਹੋਰ ਗੱਲ ਸਮਝਾਓ ਤਾਂ ਉਹਨੂੰ ਸਮਝ ਹੀ ਨਹੀਂ ਪੈਂਦੀ। ਕਿਉਂਕਿ ਉਹਦਾ ਧਿਆਨ ਦੂਜੇ ਪਾਸੇ ਲੱਗਾ ਹੋਇਆ ਹੈ। ਧਿਆਨ ਹੋਰ ਕਿਸੇ ਪਾਸੇ ਹੋਵੇ ਅਤੇ ਉਹਨੂੰ ਉਹ ਗੱਲ ਸਮਝ ਆਵੇ। ਇੱਦਾਂ ਸਤਿਗੁਰੂ ਕਹਿੰਦੇ ਪਿਆਰ ਦੇ ਨਾਲ ਬੰਦੇ ਭਰੇ ਨੇ, ਉਹਨਾਂ ਨੂੰ ਹੋਰ ਕਿਸੇ ਚੀਜ਼ ਦੀ ਲੋੜ ਵੀ ਨਹੀਂ ਹੈ। ਇੰਨਾ ਨਕਾ ਨਕ ਭਰੇ ਹੋਏ ਨੇ ਮਾਲਕ ਦੇ ਪਿਆਰ ਦੇ ਨਾਲ। ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ। ਉਹਨਾਂ ਦੇ ਅੰਦਰ ਨਾ ਮਹਾਰਾਜ ਕਹਿੰਦੇ ਸਾਧੂ ਦੀ ਸੰਗਤ ਦੇ ਵਿੱਚ, ਗੁਰੂ ਦੀ ਸੰਗਤ ਦੇ ਵਿੱਚ ਆ ਕੇ ਚਾਅ ਚੜ੍ਹਿਆ ਰਹਿੰਦਾ ਹੈ। ਕਿਤੇ ਕਮਾਲ ਦੇ ਬੰਦੇ ਹੋਣਗੇ ਨਾ, ਸਾਡਾ ਚਾਅ ਕਿੰਨਾ ਕੁ ਹੁੰਦਾ ਤੁਸੀਂ ਵੇਖਦੇ ਹੀ ਜੇ ਵੀ ਕਿਸੇ ਨੇ ਆਉਣਾ ਹੈ ਉਹਦੇ ਆਉਣ ਦਾ ਚਾਅ। ਅਤੇ ਉਹ ਹੈ ਤਾਂ ਬੜੀ ਛੋਟੀ ਜਿਹੀ ਮੂਵਮੈਂਟ ਹੈ,
ਪ੍ਰੋਫੈਸਰ ਪੂਰਨ ਸਿੰਘ ਹੋਣੀ ਅਤੇ ਜਦ ਜਿਹੜੇ ਭਾਈ ਵੀਰ ਸਿੰਘ ਹੋਣੀ ਨੇ ਉਹ ਇਸ ਚੀਜ਼ ਨੂੰ ਬੜਾ ਕਹਿੰਦੇ ਨੇ। ਕਹਿੰਦੇ ਆਪਣੀ ਜ਼ਿੰਦਗੀ ਦੀ ਨਾ ਮੂਵਮੈਂਟ ਨੂੰ ਸੰਭਾਲ ਕੇ ਰੱਖੋ। ਸਾਨੂੰ ਕਿਸੇ ਚੀਜ਼ ਨੂੰ ਵੇਖ ਕੇ ਜਦੋਂ ਚਾਅ ਚੜ੍ਹਦਾ ਹੈ ਨਾ, ਕਿਸੇ ਦਾ ਵੇਟ ਕਰਦੇ ਪਏ ਸੀ ਅਸੀਂ, ਅਤੇ ਜਦੋਂ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਆਉਂਦਾ ਹੈ ਅਤੇ ਉਦੋਂ ਉਹਨੂੰ ਵੇਖਦਿਆਂ ਸਾਡੇ ਅੰਦਰ ਨਾ ਇੱਕ ਚਾਅ ਹੁੰਦਾ ਹੈ। ਪਰ ਉਹ ਕਿੰਨੇ ਕੁ ਚਿਰ ਦਾ ਹੁੰਦਾ, 2-4 ਸੈਕਿੰਡ ਦਾ ਚਾਅ ਤਾਂ ਬਾਅਦ 'ਚ ਵੀ ਹੁੰਦਾ ਹੈ, ਪਰ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਂਦਾ। ਜਦੋਂ ਇੱਕ ਵਾਰ ਉਹ ਚਾਅ ਹੁੰਦਾ ਨਾ, ਉਦੋਂ ਉਹ ਬਿਲਕੁਲ ਆਪਣਾ ਪੀਕ ਦੇ ਉੱਤੇ ਹੁੰਦਾ ਹੈ। ਸ਼ਾਇਦ ਅਸੀਂ ਉਸ ਮੂਵਮੈਂਟ ਨੂੰ ਸੰਭਾਲ ਨਹੀਂ ਪਾਉਂਦੇ, ਪਰ ਥੋੜ੍ਹਾ ਜਿਹਾ ਸਾਨੂੰ ਯਾਦ ਹੋਵੇਗਾ ਵੀ ਹਾਂ ਇੱਦਾਂ ਦੀ ਕੁਝ ਮੂਵਮੈਂਟ ਹੁੰਦੀ ਹੈ ਜ਼ਿੰਦਗੀ ਦੇ ਵਿੱਚ। ਬੜੀ ਛੋਟੀ ਜਿਹੀ ਮੂਵਮੈਂਟ ਹੁੰਦੀ ਹੈ ਅਤੇ ਉਹ ਛੋਟੀ ਜਿਹੀ ਮੂਵਮੈਂਟ ਸਾਨੂੰ ਇੰਨਾ ਸਕੂਨ ਦਿੰਦੀ ਹੈ ਕਿ ਸਾਡਾ ਆਪਣੇ ਆਪ ਹੀ ਵੇਖੋ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ, ਜਿਨ੍ਹਾਂ ਦੇ ਨਾਲ ਹੁੰਦਾ ਸਾਡੇ ਆਪਣੇ ਆਪ ਹੀ ਗੱਲਾਂ ਦੇ ਵਿੱਚ ਸਾਡੇ ਮੂੰਹ ਦੇ ਉੱਤੇ ਹਾਸਾ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਸਾਡੇ ਸਰੀਰ ਦੇ ਵਿੱਚੋਂ ਹੀ ਵੇਖੋ ਕਿਆ ਕਮਾਲ ਦੀ ਐਨਰਜੀ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਕਿਸੇ ਨੂੰ ਨਹੀਂ ਕਹਿਣਾ ਪੈਂਦਾ ਅਤੇ ਕਿਸੇ ਦੇ ਕੋਲ ਇਹਦੀ ਵਿਆਖਿਆ ਨਹੀਂ ਹੈ। ਕਿਉਂ? ਸਿਰਫ ਚਾਅ ਨੇ ਇੱਕ ਇੰਨੀ ਕੁ ਖੇਡ ਵਰਤਾ ਦਿੱਤੀ ਹੈ ਵੀ ਸਾਡਾ ਸਰੀਰ, ਸਾਡੀ ਬੋਡੀ ਇਨਵੋਲਵ ਹੋ ਗਈ ਹੈ ਇਸ ਚਾਅ ਦੇ ਵਿੱਚ। ਅਤੇ ਉਹਨਾਂ ਰੱਬ ਦੇ ਪਿਆਰਿਆਂ ਦੇ ਬਾਰੇ ਸੋਚ ਕੇ ਵੇਖੋ, ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਸਦਾ ਹੀ ਇੱਦਾਂ ਦਾ ਚਾਅ ਚੜਿਆ ਰਹਿੰਦਾ ਹੈ, ਉਹ ਕਿਸ ਲੈਵਲ 'ਤੇ ਬੰਦੇ ਜੀਂਦੇ ਹੋਣ, ਹਰ ਵੇਲੇ ਖੁਸ਼, ਹਰ ਵੇਲੇ ਪ੍ਰਸੰਨ। ਮੈਂ ਤਾਂ ਬੇਨਤੀ ਕਰ ਸਕਦਾ ਹਾਂ, ਗੱਲ ਤਾਂ ਫਿਰ ਆਪਣੇ ਆਪਣੇ ਅਨੁਭਵ ਦੀ ਹੈ। ਮਹਾਰਾਜ ਤੇ ਕਹਿੰਦੇ ਨੇ ਨਾਨਕ ਭਗਤਾਂ ਸਦਾ ਵਿਗਾਸ, ਉਹ ਤਾਂ ਸਦਾ ਹੀ ਫੁੱਲਾਂ ਦੇ ਵਾਂਗੂ ਖਿੜੇ ਨੇ, ਹੈ ਹੀ ਨਹੀਂ ਮੁਰਝਾਉਣਾ ਜ਼ਿੰਦਗੀ ਦੇ ਵਿੱਚ। ਸੁਭਾਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ, ਸਾਧ ਕੈ ਸੰਗ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਉਹਨਾਂ ਨੂੰ ਚਾਅ ਚੜ੍ਹਦਾ ਹੈ। ਕੀ ਹੈ? ਪਰੇ ਸ਼ਰਨ ਆਨ ਸਭ ਤਿਆਗ, ਹੋਰ ਸਾਰਾ ਕੁਝ ਛੱਡ ਕੇ, ਹੋਰ ਸਾਰੀਆਂ ਚੀਜ਼ਾਂ ਦੇ ਆਸਰੇ ਛੱਡ ਕੇ ਅਤੇ ਵਾਹਿਗੁਰੂ ਦੀ ਸ਼ਰਨ ਦੇ ਵਿੱਚ, ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਪਏ ਰਹਿੰਦੇ ਹਨ। ਅੰਤਰ ਪ੍ਰਗਾਸ ਅੰਨ ਦਿਨ ਲਿਵ ਲਾਗ, ਉਹਨਾਂ ਦੇ ਅੰਦਰ ਇੱਕ ਚਾਨਣ ਬਣਿਆ ਰਹਿੰਦਾ ਹੈ। ਕੁਝ ਅਰਥ ਹੀ ਹੁੰਦੇ ਨੇ, ਪਰ ਉਹ ਫਿਰ ਮੈਂ ਕਹਿ ਦੇਵਾਂ ਹਾਂ, ਵਾਰ-ਵਾਰ ਇਸ ਗੱਲ ਨੂੰ ਬੋਲਦਾ ਪਿਆ ਹਾਂ, ਇਹ ਅਨੁਭਵ ਦੀ ਵਿਆਖਿਆ ਜ਼ਿਆਦਾ ਹੈ ਬਾਜਾਏ ਇਸ ਗੱਲ ਦੇ ਕਿ ਇਹਨੂੰ ਅਸੀਂ ਸ਼ਬਦਾਂ ਦੇ ਵਿੱਚ ਲੈ ਕੇ ਚੱਲਾਂਗੇ। ਅਤੇ ਅੰਦਰ ਚਾਨਣ ਦੀ ਕੀ ਹੁਣ ਅਸੀਂ ਵਿਆਖਿਆ ਕਰ ਲਵਾਂਗੇ, ਨਾ ਕੋਈ ਦੱਸ ਸਕਦਾ ਅਤੇ ਨਾ ਕੋਈ ਵਿਖਾ ਸਕਦਾ ਹੈ। ਜਿੱਦਾਂ ਚਾਨਣ ਆਉਣ ਦੇ ਨਾਲ ਬਾਹਰ ਦਾ ਚਾਨਣ ਹੈ ਅਤੇ ਬਸ ਇੱਕ ਸੰਤੁਸ਼ਟੀ ਜੀ ਹੈ ਨਾ, ਸਤਿਗੁਰੂ ਕਹਿੰਦੇ ਉਹਨਾਂ ਦੇ ਅੰਦਰ ਚਾਨਣ ਹੈ। ਅੰਤਰ ਪ੍ਰਗਾਸ ਅੰਨ ਦਿਨ ਲਿਵ ਲਾਗ, ਦਿਨ ਰਾਤ ਉਹਨਾਂ ਦੀ ਲਿਵ ਲੱਗੀ ਹੋਈ ਹੈ। ਬੜ ਭਾਗੀ ਜਪਿਆ ਪ੍ਰਭ ਸੋਏ, ਵੱਡਿਆਂ ਭਾਗਾਂ ਵਾਲੇ ਨੇ ਉਹ ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਜਪਿਆ ਹੈ। ਨਾਨਕ ਨਾਮ ਰਤੇ ਸੁਖ ਹੋਏ, ਭਾਈ ਨਾਮ ਦੇ ਵਿੱਚ ਰੰਗੇ ਜਾਣ ਦੇ ਨਾਲ ਸੁਖ ਹੋ ਜਾਂਦਾ ਹੈ। ਹੁਣ ਇਹ ਬੇਨਤੀ ਕਰਕੇ ਅਤੇ ਅਸੀਂ ਅਗਲਾ ਪਦਾ ਕਰਾਂਗੇ। ਤੁਸੀਂ ਸਾਰੇ ਮੇਰੇ ਨਾਲੋਂ ਚੰਗੇ ਜੇ, ਮੈਂ ਪਰ ਇੱਕ ਬੇਨਤੀ ਕਰਾਂਗਾ, ਬਾਣੀ ਅਸੀਂ ਵੀ ਬੜੀ ਪੜ੍ਹਦੇ ਹਾਂ, ਪਾਠ ਅਸੀਂ ਵੀ ਬਹੁਤ ਕਰਦੇ ਹਾਂ, ਪਰ ਸਾਡਾ ਨਾ ਪਾਠ ਕਿਤੇ ਨਾ ਕਿਤੇ, ਵਾਹਿਗੁਰੂ ਬਖਸ਼ ਲਵੇ ਮੈਂ ਲਫ਼ਜ਼ ਵਰਤਦਾ ਪਿਆ ਹਾਂ, ਸਾਨੂੰ ਇੰਝ ਲੱਗਦਾ ਵੀ ਸਾਨੂੰ ਥਕਾ ਦਿੰਦਾ ਹੈ। ਜਿਨ੍ਹਾਂ ਨੂੰ ਨਹੀਂ ਥਕਾਉਂਦਾ, ਮੈਂ ਕਹਿੰਦਾ ਵੀ ਮੇਰੀ ਨਮਸਕਾਰ ਹੈ ਉਹਨਾਂ ਦੇ ਚਰਨਾਂ ਦੇ ਉੱਤੇ। ਬੜੇ ਬੜੇ ਬੰਦੇ ਨੇ, ਥੱਕ ਜਾਂਦੇ ਨੇ। ਕਿਉਂ ਥੱਕ ਜਾਂਦੇ ਨੇ? ਕਿਉਂਕਿ ਚਾਅ ਹੀ ਨਹੀਂ ਹੈ, ਸਕੂਨ ਹੀ ਨਹੀਂ ਹੈ। ਪਹਿਲੀ ਗੱਲ ਤਾਂ ਉਹਨੂੰ ਇੱਦਾਂ ਕਦੀ ਸਮਝਿਆ ਹੀ ਨਹੀਂ ਵੀ ਇਹ ਮੇਰੇ ਨਾਲ ਇਹਦਾ ਪਿਆਰ ਵੀ ਪੈ ਸਕਦਾ ਹੈ। ਜੇ ਪਿਆਰ ਪੈ ਵੀ ਗਿਆ ਤਾਂ ਮਜਬੂਰੀ ਜੀ ਵਾਲਾ ਪਿਆਰ ਹੈ ਵੀ ਇਹ ਵੀ ਕੰਮ ਕਰਨਾ ਹੀ ਪੈਣਾ। ਇੱਦਾਂ ਦੀ ਖੇਡ ਨਹੀਂ ਬਣਦੀ। ਸਤਿਗੁਰੂ ਨੇ ਬੜੇ ਕਮਾਲ ਦਾ ਪਤਾ ਰੱਖਿਆ ਹੈ ਵੀ ਜਿਹਦੇ ਉੱਤੇ ਰੱਬ ਦੀ ਦ੍ਰਿਸ਼ਟੀ ਹੋ ਜਾਂਦੀ ਹੈ ਅਤੇ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ, ਉਹਦਾ ਜ਼ਿੰਦਗੀ ਜੀਣ ਦਾ ਤਰੀਕਾ ਕਿੱਦਾਂ ਦਾ ਹੈ, ਇਹਨੂੰ ਜਦੋਂ ਤੁਸੀਂ ਦੁਬਾਰਾ ਵੀ ਪਾਠ ਕਰੋਗੇ ਤਾਂ ਸਮਝ ਲੈਣਾ। ਹਜ਼ੂਰ ਕਹਿੰਦੇ ਨੇ, ਭਾਈ ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਪਈ। ਮਨਸਾ ਦਾ ਭਾਵ ਹੈ ਮਨ ਦੀ ਇੱਛਾ। ਉਹਦੀ ਹਰ ਇੱਕ ਮਨ ਦੀ ਇੱਛਾ ਪੂਰੀ ਹੋ ਗਈ। ਇਹ ਵੈਸੇ ਮਨ ਦੀ ਇੱਛਾ ਦਾ ਵੀ ਫਰਕ ਹੁੰਦਾ ਹੈ ਨਾ, ਜਿੱਦਾਂ ਨਰਸਰੀ ਦੇ ਵਿੱਚ ਕੋਈ ਪੜ੍ਹਦਾ ਹੈ ਅਤੇ ਉਹਦੀ ਇੱਛਾ ਹੋਰ ਹੈ, ਪਰ ਜਿਹੜਾ 10th ਦੇ ਵਿੱਚ ਪੜ੍ਹਦਾ ਉਹਦੀ ਇੱਛਾ ਕੋਈ ਹੋਰ ਹੈ। ਜਿਹਨੇ ਫਿਰ ਸਾਰੀ ਪੜ੍ਹਾਈ ਕਰ ਲਈ ਹੈ, ਉਹਦੀ ਜੋਬ ਦੀ ਇੱਛਾ ਹੈ, ਉਹਦੀ ਇੱਛਾ ਕੋਈ ਹੋਰ ਹੈ। ਧਰਮ ਦੇ ਵਿੱਚ ਇੱਛਾ ਇੱਦਾਂ ਦੀ ਨਹੀਂ ਹੈ। ਹਜ਼ੂਰ ਕਹਿੰਦੇ ਨੇ, ਪੂਰਨ ਹੋਏ ਹਮਾਰੀ ਆਸਾ, ਸੱਚੇ ਪਾਤਸ਼ਾਹ ਮੇਰੀ ਆਸ ਪੂਰੀ ਹੋ ਜਾਵੇ। ਪਰ ਆਸ ਕਿਹੜੀ ਹੈ? ਤੋਰ ਭਜਨ ਕੀ ਰਹਿ ਪਿਆਸਾ, ਤੇਰੇ ਭਜਨ ਦੀ ਪਿਆਸ ਰਵੇ। ਆਸਾਂ ਤਾਂ ਸਾਡੀਆਂ ਸਾਰਿਆਂ ਦੀਆਂ ਵੱਖਰੀਆਂ ਵੱਖਰੀਆਂ ਨੇ, ਪਰ ਉੱਥੇ ਮਹਾਰਾਜ ਕਹਿੰਦੇ ਵੀ ਆਸ ਕੀ ਹੈ? ਤੇਰੇ ਨਾਮ ਦੀ ਆਸ ਹੈ। ਸੇਵਕ ਕੀ ਮਨਸਾ ਪੂਰੀ ਪਈ, ਸੇਵਕ ਦੇ ਮਨ ਦੀ ਇੱਛਾ ਪੂਰੀ ਹੋ ਗਈ ਹੈ। ਕਦੋਂ? ਸਤਿਗੁਰ ਤੇ ਨਿਰਮਲ ਮੱਤ ਲਈ, ਜਦੋਂ ਉਹਨੇ ਗੁਰੂ ਦੇ ਕੋਲੋਂ ਚੰਗੀ ਮੱਤ ਪ੍ਰਾਪਤ ਕੀਤੀ, ਗੁਰੂ ਦੇ ਕੋਲੋਂ ਚੰਗੀ ਸਿੱਖਿਆ ਪ੍ਰਾਪਤ ਕੀਤੀ। ਜਨ ਕਉ ਪ੍ਰਭ ਹੋਇਓ ਦਇਆਲ, ਸੇਵਕ ਦੇ ਉੱਤੇ ਵਾਹਿਗੁਰੂ ਦਿਆਲੂ ਹੋ ਗਿਆ। ਸੇਵਕ ਦੇ ਉੱਤੇ ਵਾਹਿਗੁਰੂ ਨੇ ਕਿਰਪਾ ਕੀਤੀ। ਸੇਵਕ ਕੀਨੋ ਸਦਾ ਨਿਹਾਲ, ਅਤੇ ਬਸ ਫਿਰ ਉਹਨੇ ਕਿਰਪਾ ਕਰਕੇ ਸੇਵਕ ਨੂੰ ਨਿਹਾਲ ਕਰ ਦਿੱਤਾ, ਰਜਾ ਦਿੱਤਾ, ਸੰਤੁਸ਼ਟ ਕਰ ਦਿੱਤਾ। ਬੰਧਨ ਕਾਟ
ਮੁਕਤ ਜਨ ਭਇਆ। ਤੇ ਰੱਬ ਦਾ ਸੇਵਕ ਮਾਲਿਕ ਨੇ ਉਹਦੇ ਬੰਧਨ ਕੱਟ ਦਿੱਤੇ, ਵਿਕਾਰਾਂ ਦੇ, ਔਗਣਾਂ ਦੇ, ਸਾਰੇ ਇਹ ਚੀਜ਼ਾਂ ਦੂਰ ਕਰ ਦਿੱਤੀਆਂ। ਤੇ ਕੀ ਹੋ ਗਿਆ? ਮੁਕਤ ਜਨ ਭਇਆ। ਉਹ ਜਿਉਂਦੇ ਜੀ ਹੀ ਸੇਵਕ ਮੁਕਤ ਹੋ ਗਿਆ। ਜਨਮ ਮਰਨ ਦੁੱਖ ਭਰਮ ਗਿਆ। ਉਹਦਾ ਜਨਮ ਮਰਨ ਦਾ ਗੇੜ, ਉਹਦਾ ਦੁੱਖ, ਉਹਦਾ ਭਰਮਣ, ਉਹਦਾ ਭਟਕਣਾ, ਵਹਿਮ ਭਰਮ, ਇਹ ਸਾਰਾ ਕੁਝ ਚਲਾ ਗਿਆ। ਇਹ ਜਿਉਂਦੇ ਜੀ ਦੀ ਖੇਡ ਹੈ। ਹਜ਼ੂਰ ਕਹਿੰਦੇ ਇਸ਼ ਪੁੰਨੀ ਸ਼ਰਧਾ ਸਭ ਪੂਰੀ। ਉਹਦੀ ਹਰ ਇੱਕ ਇੱਛਾ ਪੂਰੀ ਹੋ ਗਈ ਹੈ। ਉਹਦੇ ਅੰਦਰੋਂ ਮੰਗ ਨਹੀਂ ਉੱਠਦੀ ਪਈ। ਸਾਰੀ ਸ਼ਰਧਾ ਉਹਦੀ, ਜੋ ਉਹਦੇ ਮਨ ਦੇ ਵਿੱਚ ਖਾਹਿਸ਼ ਹੈ, ਸਭ ਪੂਰੀ ਹੋ ਗਈ ਹੈ। ਰੱਬ ਰਹਿਆ ਸਦ ਸੰਗ ਹਜ਼ੂਰੀ। ਅਕਾਲ ਪੁਰਖ ਵਾਹਿਗੁਰੂ ਉਹਨੂੰ ਸਦਾ ਆਪਣੇ ਅੰਗ ਸੰਗ ਵਸਦਾ ਪ੍ਰਤੀਤ ਹੁੰਦਾ ਹੈ। ਸਦਾ ਉਹ ਆਪਣੇ ਆਪ ਨੂੰ ਮਾਲਿਕ ਦੀ ਹਜ਼ੂਰੀ ਦੇ ਵਿੱਚ ਸਮਝਦਾ ਹੈ। ਜਿਸ ਕਾ ਸਾ ਤਿਨ ਲੀਆ ਮਿਲਾਏ। ਹਜ਼ੂਰ ਕਹਿੰਦੇ ਨੇ ਜਿਸ ਰੱਬ ਦਾ ਉਹ ਸੇਵਕ ਬਣਦਾ ਹੈ ਨਾ, ਰੱਬ ਕਿਰਪਾ ਕਰਕੇ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਇਹਨੂੰ ਸ਼ਲੋਕ 'ਚ ਅਸੀਂ ਪੜ੍ਹ ਕੇ ਆਏ ਹਾਂ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਹਜ਼ੂਰ ਕਹਿੰਦੇ ਜਿਸ ਕਾ ਸਾ, ਜਿਸ ਬੰਦਾ, ਜਿਸ ਮਾਲਕ ਦਾ ਇਹ ਸੇਵਕ ਸੀ ਨਾ ਬੰਦਾ, ਤਿੰਨ ਲੀਆ ਮਿਲਾਏ, ਉਸ ਰੱਬ ਨੇ ਇਸ ਸੇਵਕ ਨੂੰ ਆਪਣੇ ਨਾਲ ਜੋੜ ਲਿਆ ਹੈ। ਨਾਨਕ ਭਗਤੀ ਨਾਮ ਸਮਾਏ। ਸੇਵਕ ਭਗਤੀ ਕਰਕੇ, ਬੰਦਗੀ ਕਰਕੇ ਤੇ ਵਾਹਿਗੁਰੂ ਦੇ ਨਾਮ ਦੇ ਵਿੱਚ ਟਿਕਿਆ ਰਹਿੰਦਾ ਹੈ, ਨਾਮ ਦੇ ਵਿੱਚ ਜੁੜਿਆ ਰਹਿੰਦਾ ਹੈ। ਫਿਰ ਮਹਾਰਾਜ ਜੀ ਸਮਝਾਉਂਦੇ ਨੇ, ਭਾਈ ਸੋ ਕਿਉ ਬਿਸਰੈ ਜੇ ਘਾਲ ਨਾ ਪਾਨੈ। ਉਹ ਰੱਬ ਕਿਉਂ ਭੁੱਲ ਜਾਵੇ ਜਿਹੜਾ ਸਾਡੀ ਕੀਤੀ ਹੋਈ ਮਿਹਨਤ ਨੂੰ ਭੰਨਦਾ ਨਹੀਂ ਹੈ। ਭੰਨਣ ਦਾ ਮਤਲਬ ਹੁੰਦਾ ਤੋੜ ਦੇਣਾ, ਮਤਲਬ ਸਾਡੀ ਥੋੜ੍ਹੀ ਜਿਹੀ ਕੀਤੀ ਮਿਹਨਤ ਨੂੰ ਵੀ ਜਿਹੜਾ ਗਵਾਉਂਦਾ ਨਹੀਂ ਹੈ। ਇੱਦਾਂ ਨਾ ਸਮਝ ਲਿਓ, ਮੈਂ ਸ਼ਾਇਦ ਪਹਿਲਾਂ ਵੀ ਬੇਨਤੀ ਕਰਦਾ ਹੁੰਦਾ ਹਾਂ ਕਿ ਸਾਨੂੰ ਇੰਝ ਲੱਗੇ ਵੀ ਇੱਕ ਵਾਰ ਵਾਹਿਗੁਰੂ ਕਿਹਾ ਹੈ ਅਤੇ ਇਸ ਵਾਹਿਗੁਰੂ ਦੇ ਕਹੇ ਦਾ ਅਸਰ ਕੀ ਹੈ। ਤੁਸੀਂ ਵੇਖੋਗੇ ਹਰ ਇੱਕ ਚੀਜ਼ ਅਸਰ ਕਰਦੀ ਹੈ, ਹਰ ਇੱਕ ਚੀਜ਼, ਭਾਵੇਂ ਉਹ ਕੁਝ ਸਮੇਂ ਦੇ ਲਈ ਹੈ। ਮਹਾਰਾਜ ਕਹਿੰਦੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਹਰ ਜਾਣੈ ਸਭ ਕਿਛ ਜੋ ਜੀ ਵਰਤੈ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਤੁਸੀਂ ਇੱਕ ਵਾਰ ਵੀ ਵਾਹਿਗੁਰੂ ਕਿਹਾ ਹੈ, ਤੁਹਾਨੂੰ ਉਹਦਾ ਵੀ ਫਲ ਮਿਲਣਾ ਹੀ ਮਿਲਣਾ ਹੈ। ਜਿੱਦਾਂ ਬਾਕੀ ਕਰਮਾਂ ਦਾ ਫਲ ਹੈ ਨਾ, ਇੱਦਾਂ ਹਰ ਕਰਮ ਦਾ ਫਲ ਹੈ, ਹਰ ਬੋਲ ਦਾ ਫਲ ਹੈ। ਮਹਾਰਾਜ ਕਹਿੰਦੇ ਨੇ ਉਹ ਰੱਬ ਕਿਉਂ ਭੁੱਲ ਜਾਵੇ ਜਿਹੜਾ ਸਾਡੇ ਕੀਤੇ ਹੋਏ ਨੂੰ ਅਜਾਈ ਨਹੀਂ ਜਾਣ ਦਿੰਦਾ। ਇਹ ਨਹੀਂ ਵੀ ਅਸੀਂ ਕਹਿ ਦਈਏ ਵੀ ਰੱਬ ਨੂੰ ਮੇਰੇ ਦਿਖੇ ਹੀ ਨਹੀਂ ਜਪ ਤਪ, ਅਤੇ ਰੱਬ ਨੂੰ ਮੇਰੇ ਪਾਠ ਦਿਸੇ ਹੀ ਨਹੀਂ। ਉਹਨੂੰ ਸਾਰਾ ਕੁਝ ਦਿਸਦਾ ਪਿਆ ਹੈ ਔਰ ਉਹਨਾਂ ਦਾ ਹੀ ਫਲ ਸਾਡੇ ਅੱਗੇ ਆ ਰਿਹਾ ਹੈ। ਅਸੀਂ ਜਿੱਦਾਂ ਦੇ ਅੱਜ ਹਾਂ ਨਾ, ਆਪਣੀ ਜ਼ਿੰਦਗੀ ਨੂੰ ਖੁਦ ਵੇਖ ਲੈਣਾ ਐਨਾਲਿਸਿਸ ਕਰਕੇ, ਜੋ ਪਿੱਛੇ ਜ਼ਿੰਦਗੀ ਹੈ ਨਾ, ਉਸੇ ਹਿਸਾਬ ਦੇ ਨਾਲ ਹੀ ਸਾਡਾ ਸੁਭਾਅ ਬਣ ਗਿਆ ਹੈ। ਹਜ਼ੂਰ ਕਹਿੰਦੇ ਨੇ ਸੋ ਕਿਉ ਬਿਸਰੈ ਜੇ ਘਾਲ ਨਾ ਭਾਨੈ। ਜਿਹੜਾ ਮਿਹਨਤ ਨੂੰ ਗਵਾਉਂਦਾ ਨਹੀਂ ਹੈ। ਸੋ ਕਿਉ ਬਿਸਰੈ ਜੇ ਕੀਆ ਜਾਣੈ। ਉਹ ਇੱਦਾਂ ਦਾ ਨਹੀਂ ਹੈ ਵੀ ਜਿਹਨੂੰ ਦਿਖਾਉਣ ਦੀ ਲੋੜ ਪੈਂਦੀ ਹੈ ਵੀ ਮੇਰੇ ਕਰਮਾਂ ਨੂੰ ਵੇਖ ਲਾ। ਹਜ਼ੂਰ ਕਹਿੰਦੇ ਜੇ ਕੀਆ ਜਾਣੈ, ਜਿਹੜਾ ਕੁਝ ਬੰਦੇ ਨੇ ਕੀਤਾ ਹੈ ਅਤੇ ਉਹ ਮਾਲਕ ਉਸ ਕੀਤੇ ਹੋਏ ਨੂੰ ਜਾਣਦਾ ਹੈ, ਅੰਤਰਜਾਮੀ ਹੈ, ਉਹ ਕਿਉਂ ਭੁੱਲ ਜਾਵੇ। ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ। ਆਏ ਤਾਂ ਖਾਲੀ ਹੱਥੀ ਆ ਨਾ, ਅਤੇ ਮਹਾਰਾਜ ਕਹਿੰਦੇ ਉਹ ਰੱਬ ਭੁੱਲ ਕਿਉਂ ਜਾਵੇ ਜਿਹਨੇ ਇੰਨਾ ਕੁਝ ਦੇ ਦਿੱਤਾ ਹੈ। ਇਹ ਠੀਕ ਹੈ, ਸਾਡੇ ਸੁਭਾਅ ਦੀ ਸੁਰਤ ਇੱਦਾਂ ਦੀ ਹੋ ਜਾਂਦੀ ਹੈ, ਸਾਨੂੰ ਇੰਝ ਲੱਗਦਾ ਵੀ ਜੋ ਸਾਡੇ ਕੋਲ ਨਹੀਂ ਹੈ ਇਹ ਸਾਡੇ ਕੋਲ ਆ ਜਾਵੇ, ਤਾਂ ਜੋ ਸਾਡੇ ਕੋਲ ਹੁੰਦਾ ਹੈ ਸਾਨੂੰ ਕਿਸੇ ਵੇਲੇ ਬਹੁਤੀ ਵਾਰ ਉਹ ਨਜ਼ਰ ਵੀ ਨਹੀਂ ਆਉਂਦਾ। ਮੈਂ ਅਕਸਰ ਕਹਿੰਦਾ ਹੁੰਦਾ ਹਾਂ, ਮਾਲਕ ਸੰਤੁਸ਼ਟੀ ਦੇਵੇ। ਆਪਣੇ ਘਰ ਦੇ ਵਿੱਚ ਨਿਗਾਹ ਮਾਰ ਕੇ ਵੇਖੀਏ ਮਾਲਕ ਨੇ ਕਿੰਨਾ ਭਾਗ ਲਾਇਆ ਹੋਇਆ ਹੈ, ਕਿਹੜੀ ਚੀਜ਼ ਦਾ ਘਾਟਾ ਹੈ। ਰਾਤ ਨੂੰ ਸੌਣ ਲੱਗਿਆਂ ਵਧੀਆ ਨੀਂਦ ਆ ਜਾਂਦੀ ਹੈ, ਪ੍ਰਸ਼ਾਦਾ ਛਕ ਕੇ ਸੌਂਦੇ ਹਾਂ। ਹੋਰ ਜ਼ਿੰਦਗੀ ਦੇ ਵਿੱਚ ਕੀ ਹੈ? ਮਨ ਦੀਆਂ ਭੁੱਖਾਂ 'ਤੇ ਜਿੰਨੀਆਂ ਮਰਜ਼ੀ ਵਧਾ ਲਓ। ਠੀਕ ਹੈ, ਸਹੂਲਤਾਂ ਆਉਂਦੀਆਂ ਰਹਿਣ, ਸਮਾਂ ਜਿੱਦਾਂ ਫੋਨ ਅਪਡੇਟ ਹੁੰਦੇ ਰਹਿੰਦੇ ਨੇ, ਸਹੂਲਤਾਂ ਵੀ ਅਪਡੇਟ ਹੁੰਦੀਆਂ ਰਹਿੰਦੀਆਂ ਨੇ। ਸਮਾਂ ਬਦਲਦਾ ਹੈ। ਸਾਡੇ ਬਜ਼ੁਰਗ ਕਈ ਤਰੀਕਿਆਂ ਦੇ ਬਿਸਤਰਿਆਂ 'ਤੇ ਸੌਂਦੇ ਸੀ, ਅਸੀਂ ਬਦਲ ਲਏ ਨਾ ਆਪਣੇ। ਹੋ ਸਕਦਾ ਸਾਡੇ ਬੱਚੇ ਬਦਲ ਲੈਣਗੇ, ਪਰ ਇਹਨਾਂ ਦੇ ਵਿੱਚੋਂ ਵੀ ਇੱਕ ਖੇਡਾਂ ਨੇ। ਮਹਾਰਾਜ ਕਹਿੰਦੇ ਇਹ ਦਿੱਤਾ ਤੇ ਉਸ ਮਾਲਕ ਦਾ ਹੀ ਹੈ। ਸੋ ਕਿਉ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉ ਬਿਸਰੈ ਜੇ ਜੀਵਨ ਜੀਆ। ਉਹ ਮਾਲਕ ਜਿਹੜਾ ਜ਼ਿੰਦਗੀ ਦੇ ਜਿੰਨੇ ਵੀ ਜੀਵ ਨੇ ਉਹਨਾਂ ਦੀ ਜ਼ਿੰਦਗੀ ਦਾ ਕਾਰਨ ਹੈ, ਸਾਡੀ ਜ਼ਿੰਦਗੀ ਦਾ ਮਾਲਕ ਕਾਰਨ ਹੈ, ਉਹ ਭੁੱਲ ਕਿਉਂ ਜਾਵੇ। ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ। ਹਜ਼ੂਰ ਦਾ ਬਚਨ ਅਸੀਂ ਪਿੱਛੇ ਵੀ ਪੜ੍ਹ ਕੇ ਆਏ ਸੀ, ਗਰਭ ਅਗਨ ਮਹਿ ਜਿਨੈ ਉਬਾਰਿਆ। ਜਿਸ ਪੇਟ ਦੇ ਵਿੱਚ ਅਸੀਂ ਰੋਟੀ ਪਾਉਂਦੇ ਹਾਂ, ਪ੍ਰਸ਼ਾਦਾ ਪਾਉਂਦੇ ਹਾਂ ਅਤੇ ਸੜ ਕੇ ਸੁਆਹ ਹੋ ਜਾਂਦਾ ਹੈ, ਉਸ ਪੇਟ ਦੇ ਵਿੱਚ ਹੀ ਸਾਡੇ ਸਾਰਿਆਂ ਦੀ ਸ਼ੁਰੂਆਤ ਹੁੰਦੀ ਹੈ ਜੀਵਨ ਦੀ। ਕਿੰਨੀ ਕਿਰਪਾ ਕਰ ਦਿੰਦਾ ਹੈ ਮਾਲਕ। ਹਜ਼ੂਰ ਕਹਿੰਦੇ ਨੇ ਨਾ, ਆਪਾਂ ਵੇਖਦੇ ਹਾਂ, ਵੇਖੋ ਮਾਸਾਹਾਰੀ ਆ ਅਤੇ ਮਾਸਾਹਾਰੀ ਕੀ ਕਰਦੇ ਨੇ?
ਹੱਡੀਆਂ ਵੀ ਮਾਸ ਕਿੰਨਾ ਖਾ ਲਿਆ ਤੇ ਪਚ ਜਾਂਦਾ ਹੈ ਨਾ, ਤੇ ਉਸੇ ਹੀ ਸਰੀਰ ਦੇ ਵਿੱਚ ਵੇਖੋ ਇੱਕ ਮਾਸ ਹੀ ਹੈ ਬੋਡੀ ਦੇ ਵਿੱਚ, ਹੋਰ ਕੀ ਹੈ। ਸਤਿਗੁਰੂ ਕਹਿੰਦੇ ਉੱਥੇ ਵੇਖੋ ਕਿੱਦਾਂ ਮਾਲਕ ਪਾਲਦਾ ਪਿਆ ਹੈ, ਕੀ ਪੜਦੇ ਨੇ ਉੱਥੇ, ਇੱਕ ਖੇਡ ਹੈ ਮਾਲਕ ਦੀ ਬਸ। ਜਿਹੜਾ ਮਾਲਕ ਉਸ ਸੇਕ ਤੋਂ ਵੀ ਬਚਾ ਲੈਂਦਾ ਹੈ, ਸੋ ਕਿਉ ਬਿਸਰੈ ਜੇ ਅਗਨ ਮਹਿ ਰਾਖੈ। ਬੜੇ ਕਮਾਲ ਦੀ ਜ਼ਿੰਦਗੀ ਹੈ। ਹੁਣ ਤਾਂ ਅਸੀਂ ਹੋਸ਼ ਦੇ ਵਿੱਚ ਆ ਗਏ ਹਾਂ ਨਾ, ਅਤੇ ਸਾਨੂੰ ਇੰਝ ਲੱਗਦਾ ਵੀ ਮੈਂ ਹੀ ਸਾਰਾ ਕੁਝ ਕਰ ਸਕਦਾ ਹਾਂ। ਸਤਿਗੁਰੂ ਕਿਰਪਾ ਕਰੇ ਉਹ ਜਿਹੜਾ ਸਾਡੇ ਸਾਰਿਆਂ ਦਾ, ਸਾਡੇ ਪਰਿਵਾਰਾਂ ਦਾ, ਕੋਈ ਵੀ ਮਨੁੱਖਾ ਜੀਵਨ ਹੈ, ਜਿਹੜਾ ਬੰਦਾ ਉਸ 9-10 ਮਹੀਨੇ ਦੇ ਸਫ਼ਰ ਨੂੰ ਸਮਝ ਲੈਂਦਾ ਨਾ ਵੀ ਮੇਰਾ ਹੈ ਕੀ ਹੈ, ਉਹਦੀ ਜ਼ਿੰਦਗੀ ਜੀਣ ਦਾ ਨਜ਼ਰੀਆ ਹੀ ਬਦਲ ਜਾਂਦਾ। ਇੱਥੇ ਤਾਂ ਮੈਂ ਬੜੀਆਂ ਮਿਹਨਤਾਂ ਕਰ ਸਕਦਾ ਹਾਂ, ਉੱਥੇ ਮੈਂ ਕੀ ਕਰ ਸਕਦਾ ਹਾਂ। ਉੱਥੇ ਤਾਂ ਸਿਰਫ ਇੱਕੋ ਚੀਜ਼ ਬਚਾਉਂਦੀ ਹੈ, ਲਿਵ ਬਚਾਉਂਦੀ ਹੈ, ਬਸ ਹੋਰ ਕੁਝ ਵੀ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸੋ ਕਿਉ ਬਿਸਰੈ ਜੇ ਅਗਨ ਮਹਿ ਰਾਖੈ। ਜਿਹੜਾ ਰੱਬ ਮਾਤਾ ਦੇ ਉਦਰ ਦੇ ਵਿੱਚ, ਮਾਤਾ ਦੇ ਪੇਟ ਦੀ ਅੱਗ ਦੇ ਵਿੱਚ ਵੀ ਸਾਨੂੰ ਬਚਾ ਕੇ ਰੱਖ ਲੈਂਦਾ ਹੈ, ਉਹ ਕਿਉਂ ਭੁੱਲ ਜਾਵੇ। ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ। ਪਰ ਮਹਾਰਾਜ ਕਹਿੰਦੇ ਰੱਬ ਦੇ ਇਹਨਾਂ ਗੁਣਾਂ ਨੂੰ ਤੇ ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਹੀ ਜਾਣਦਾ ਹੈ, ਵਿਰਲਾ ਹੀ ਕੋਈ ਸਮਝਦਾ ਹੈ। ਸੋ ਕਿਉ ਬਿਸਰੈ ਜੇ ਬਿਖ ਤੇ ਕੱਢੇ। ਉਹ ਰੱਬ ਕਿਉਂ ਭੁੱਲ ਜਾਵੇ ਜਿਹੜਾ ਮਾਇਆ ਦੇ ਜ਼ਹਿਰ ਤੋਂ ਸਾਨੂੰ ਬਚਾ ਲੈਂਦਾ ਹੈ। ਰੱਬ ਤੋਂ ਬਿਨਾਂ ਬਚਾਉਣ ਵਾਲਾ ਹੈ ਵੀ ਹੋਰ ਕੌਣ ਹੈ। ਜਨਮ ਜਨਮ ਕਾ ਟੂਟਾ ਗੰਢ ਹੈ। ਜਿਹੜਾ ਰੱਬ ਜਨਮਾਂ ਜਨਮਾਂਤਰਾਂ ਤੋਂ ਆਪਣੇ ਨਾਲੋਂ ਟੁੱਟਿਆਂ ਹੋਇਆਂ ਨੂੰ ਦੁਬਾਰਾ ਜੋੜ ਲੈਂਦਾ ਹੈ, ਉਹ ਰੱਬ ਕਿਉਂ ਭੁੱਲ ਜਾਵੇ। ਗੁਰ ਪੂਰੈ ਤਤ ਇਹ ਬੁਝਾਇਆ। ਜਿਸ ਬੰਦੇ ਨੂੰ ਗੁਰੂ ਨੇ ਆਹ ਤੱਤ ਸਮਝਾ ਦਿੱਤਾ ਹੈ ਨਾ, ਆਹ ਗੱਲ ਸਮਝਾ ਦਿੱਤੀ ਹੈ ਵੀ ਭਾਈ ਉਹ ਰੱਬ ਕਿਉਂ ਭੁੱਲੇ ਜਿਹੜਾ ਇੰਨੀਆਂ ਬਖਸ਼ਿਸ਼ਾਂ ਕਰਦਾ ਪਿਆ ਹੈ। ਪ੍ਰਭ ਆਪਣਾ ਨਾਨਕ ਜਨ ਧਿਆਇਆ। ਹਜ਼ੂਰ ਕਹਿੰਦੇ ਨੇ ਇਹ ਨਾਨਕ ਉਸ ਬੰਦੇ ਨੇ ਆਪਣੇ ਪ੍ਰਭੂ ਨੂੰ ਧਿਆਇਆ ਹੈ। ਫਿਰ ਐਕਸਪੀਰੀਅੰਸ ਦੇ ਵਿੱਚੋਂ ਬੰਦਗੀ ਨਿਕਲਦੀ ਹੈ। ਹਜ਼ੂਰ ਕਹਿੰਦੇ ਨੇ ਸਾਜਨ ਸੰਤ ਕਰੋ ਇਹ ਕਾਮ। ਇਹ ਰੱਬ ਦੇ ਪਿਆਰੇ ਸੰਤੋ ਇਹ ਕੰਮ ਕਰੋ। ਆਨ ਤਿਆਗ ਜਪੋ ਹਰ ਨਾਮ। ਹੋਰਨਾਂ ਕਰਮ ਕਾਂਡਾਂ ਨੂੰ ਛੱਡ ਕੇ, ਹੋਰਨਾਂ ਚੀਜ਼ਾਂ ਨੂੰ ਛੱਡ ਕੇ ਤੇ ਮਾਲਕ ਦੇ ਨਾਮ ਨੂੰ ਜਪੋ। ਇੱਥੇ ਇਹ ਭਾਵ ਨਹੀਂ ਹੈ ਵੀ ਕੀਰਤਨਾ ਕਰੋ, ਇੱਥੇ ਇੱਕ ਨਾਮ ਜਪਣ ਵਾਲਾ ਪਾਸਾ ਹੈ ਜੋ ਲੋਕ ਧਰਮ ਦੇ ਨਾਮ ਦੇ ਉੱਤੇ ਕਰਦੇ ਨੇ ਵੀ ਪਾਠ ਨਾ ਕਰੋ ਅਤੇ ਹੋਰ ਭਾਵੇਂ ਜਿੰਨੇ ਮਰਜ਼ੀ ਕਰਮ ਕਾਂਡ ਕਰ ਲਓ। ਮੈਂ ਅਕਸਰ ਕਹਿੰਦਾ ਹੁੰਦਾ ਹਾਂ ਲੋਕਾਂ ਨੂੰ ਧਾਗੇ ਬੰਨਣੇ ਸੌਖੇ ਨੇ ਪਾਠ ਕਰਨ ਦੇ ਬਜਾਏ। ਉਹਨੂੰ ਲੱਗਦਾ ਵੀ ਧਾਗੇ ਬੰਨਣ ਦਾ 5 ਮਿੰਟ ਲੱਗਦਾ ਅਤੇ ਰੱਬ ਸਾਲ ਲਈ ਸਾਡਾ ਹੋ ਜਾਂਦਾ ਅਤੇ ਨਿਤਨੇਮ ਤਾਂ ਰੋਜ਼ ਕਰਨਾ ਪੈਣਾ, ਇਸ ਕਰਕੇ ਉਹ ਔਖਾ ਕੰਮ ਲੱਗਦਾ। ਸਾਜਨ ਸੰਤ ਕਰੋ ਇਹ ਕਾਮ ਆਮ ਤਿਆਗ ਜਪੋ ਹਰ ਨਾਮ। ਹੋਰਨਾਂ ਚੀਜ਼ਾਂ ਨੂੰ ਛੱਡ ਕੇ ਤੇ ਬਾਣੀ ਵਾਲੇ ਪਾਸੇ ਆਓ। ਜੀਵਨ ਇਹਨੇ ਬਣਾਉਣਾ ਹੈ। ਸਿਮਰ 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 ਸੁਖ ਪਾਵੋ। ਵਾਰ ਵਾਰ ਵਾਹਿਗੁਰੂ ਦੇ ਨਾਮ ਨੂੰ ਜਪ ਕੇ, ਵਾਰ ਵਾਰ ਬਾਣੀ ਪੜ੍ਹ ਕੇ ਸੁਖ ਪਾਵੋਗੇ। ਫਿਰ ਹਜ਼ੂਰ ਕਹਿੰਦੇ ਆਪ ਜਪੋ ਅਵਰਹ ਨਾਮ ਜਪਾਵੋ। ਆਪ ਵੀ ਜਪੋ ਅਤੇ ਹੋਰਨਾਂ ਨੂੰ ਵੀ ਪ੍ਰੇਰੋ। ਆਪ ਵੀ ਭਾਈ ਇਸ ਪਾਸੇ ਤੁਰੋ ਅਤੇ ਹੋਰਨਾਂ ਨੂੰ ਵੀ ਤੋਰੋ। ਭਗਤ ਭਾਏ ਤਰੀਐ ਸੰਸਾਰ। ਭਾਏ ਭਗਤ ਦੀ ਗੱਲ ਅਸੀਂ ਕੱਲ੍ਹ ਵੀ ਪੜ੍ਹੀ ਸੀ। ਭਾਏ ਦਾ ਅਰਥ ਹੈ ਪਿਆਰ। ਪਿਆਰ ਦੀ ਭਗਤੀ ਦੇ ਨਾਲ ਇਸ ਸੰਸਾਰ ਸਾਗਰ ਤੋਂ ਤਰ ਲਿਆ ਜਾਂਦਾ ਹੈ। ਪਿਆਰ ਦੀ ਭਗਤੀ। ਬਿਨ ਭਗਤੀ ਤਨ ਹੋਸੀ ਸ਼ਾਰ। ਸ਼ਾਰ ਦਾ ਮਤਲਬ ਹੈ ਸਵਾ। ਕੱਲ੍ਹ ਸ਼ਲੋਕ ਦੇ ਵਿੱਚ ਵੀ ਇਹੋ ਬਚਨ ਸੀ, ਵਿਖਿਆ ਸਗਲੀ ਸ਼ਾਰ। ਹਜ਼ੂਰ ਕਹਿੰਦੇ ਨੇ ਭਾਈ ਭਗਤੀ ਤੋਂ ਬਿਨਾਂ ਇਹ ਸਰੀਰ ਸਵਾਹ ਹੋ ਜਾਵੇਗਾ। ਤੇ ਵੈਸੇ ਵੀ ਹੋ ਜਾਵੇਗਾ, ਪਰ ਇਹਦਾ ਮੁੱਲ ਕੀ ਹੈ ਵੀ ਇਹ ਮੁੱਲ ਹੈ ਸਰੀਰ ਦਾ ਵੀ ਇਹਨੇ ਖਾਧਾ ਬਹੁਤ ਕੁਝ ਹੈ ਜਾਂ ਇਹ ਸੁੱਤਾ ਬੜੀਆਂ ਵਧੀਆ ਥਾਵਾਂ ਦੇ ਉੱਤੇ ਹੈ। ਕੀ ਮੁੱਲ ਹੈ ਇਸ ਸਰੀਰ ਦਾ। ਸਤਿਗੁਰੂ ਕਹਿੰਦੇ ਨੇ ਪ੍ਰਣਵਤ ਨਾਨਕ ਨਾਂਗੀ ਦਾਜੈ ਫਿਰ ਪਾਛੈ ਪਛਤਾਣੀ। ਤਾਂ ਜਦੋਂ ਇਸ ਸਰੀਰ ਦਾ ਹਾਲ ਵੇਖੀਦਾ ਹੈ ਨਾ ਤਾਂ ਸੜ ਜਾਂਦੀ ਹੈ ਦੇਹ, ਅਤੇ ਫਿਰ ਬੰਦੇ ਦੇ ਕੋਲ ਪਛਤਾਵਾ ਰਹਿ ਜਾਂਦਾ ਹੈ। ਬਾਬਾ ਕਬੀਰ ਤੇ ਇਹਨੂੰ ਇੱਦਾਂ ਕਹਿੰਦੇ ਨੇ, ਕਹੋ ਕਬੀਰ ਨਰ ਤਬ ਹੀ ਜਾਗਿਆ ਜਮ ਕਾ ਡੰਡ ਮੂੰਡ ਮੈਂ ਲੱਗ ਗਏ। ਕਈਆਂ ਨੂੰ ਉੱਦਾਂ ਆਵਾਜ਼ਾਂ ਮਾਰੋ ਅਤੇ ਸੁਣਦੀਆਂ ਨਹੀਂ, ਫਿਰ ਡੰਡਾ ਵੱਜਦਾ ਅਤੇ ਫਿਰ ਉੱਠਦੇ ਨੇ ਨਾ। ਸਤਿਗੁਰੂ ਕਹਿੰਦੇ ਕਈਆਂ ਦੇ ਕੋਲ ਸਮਾਂ ਨਿਕਲ ਜਾਂਦਾ, ਉਹਨਾਂ ਨੂੰ ਫਿਰ ਪਤਾ ਲੱਗਦਾ ਵੀ ਆ ਤਾਂ ਰਹਿ ਗਿਆ ਮੇਰਾ ਕਰਨ ਵਾਲਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਬਿਨ ਭਗਤੀ ਤਨ ਹੋਸੀ ਸ਼ਾਰ। ਭਾਈ ਬੰਦਗੀ ਤੋਂ ਬਿਨਾਂ ਸਰੀਰ ਸਵਾਹ ਹੋ ਜਾਵੇਗਾ। ਕੋਈ ਕਾਊਂਟਿੰਗ ਦੇ ਵਿੱਚ ਨਹੀਂ ਜਿਉਣਾ। ਮੈਂ ਬੇਨਤੀ ਕਰ ਦੇਵਾਂ, ਸਾਨੂੰ ਮਾਲਕ ਨੇ ਜ਼ਿੰਮੇਵਾਰੀ ਦਿੱਤੀ ਹੈ ਆਪਣੇ ਪਰਿਵਾਰਾਂ ਦੀ ਵੀ ਅਸੀਂ ਵੱਡਿਆਂ ਦਾ ਧਿਆਨ ਰੱਖੀਏ, ਛੋਟਿਆਂ ਨੂੰ ਅਸੀਂ ਪਾਲਣਾ ਹੈ ਤਾਂ ਕਿ ਉਹ ਅੱਗੇ ਇੱਦਾਂ ਇੱਕ ਸੁਭਾਅ ਜਿਹਾ ਬਣ ਗਿਆ ਹੈ ਸਾਡਾ। ਪਰ ਸਾਡੇ ਤੋਂ ਪਹਿਲਾਂ ਵੇਖੋ ਕਿੱਡੇ ਜਿਹੜੇ ਸੀ ਕੰਮ ਦੇ ਵਿੱਚ ਕੰਮ ਹੋਏ ਮਰ ਗਏ, ਕੌਣ ਗਿਣਦਾ, ਕੋਈ ਫਰਕ ਨਹੀਂ ਪੈਂਦਾ।
ਮਹਾਰਾਜ ਕਹਿੰਦੇ ਆਇਆ ਗਿਆ ਮੋਇਆ ਨਾਉ। ਇਹ ਗੱਲਾਂ ਸੁਣਨ ਨੂੰ ਵੱਖਰੀਆਂ ਜੀਆਂ ਲੱਗ ਸਕਦੀਆਂ ਨੇ, ਪਰ ਸਾਡੇ ਤੋਂ ਪਹਿਲਾਂ ਲਗਭਗ ਇਹੋ ਜਿਹੇ ਹੋ ਕੇ ਖ਼ਤਮ ਹੋ ਚੁੱਕੇ ਨੇ ਜਿਨ੍ਹਾਂ ਨੇ ਦਿਨ ਰਾਤ ਨੀਂਦਾਂ ਆਪਣੀਆਂ ਖਰਾਬ ਕੀਤੀਆਂ ਸੀ ਅਤੇ ਸਾਰਾ ਕੁਝ ਸੋਚਦੇ ਸੀ ਵੀ ਮੇਰਾ ਆਹ ਵੀ ਕੰਮ ਕਰਨ ਵਾਲਾ ਰਹਿ ਗਿਆ, ਆਹ ਵੀ ਕੰਮ ਕਰਨ ਵਾਲਾ ਰਹਿ ਗਿਆ। ਅੱਜ ਦੁਨੀਆ ਨਾਮ ਵੀ ਨਹੀਂ ਲੈਂਦੀ। ਕਿੰਨੇ ਹੋ ਕੇ ਖ਼ਤਮ ਹੋ ਗਏ ਹੋਣਗੇ? ਗਿਣਤੀ ਦੇ ਬੰਦੇ ਹੁੰਦੇ ਜਿਹੜੇ ਗਿਣੇ ਜਾਂਦੇ ਨੇ। ਕਿੰਨੀ ਦੁਨੀਆ ਇੱਦਾਂ ਹੀ ਆ ਕੇ ਖ਼ਤਮ ਹੋ ਜਾਂਦੀ ਹੈ, ਕੌਣ ਗਿਣਿਆ ਜਾਂਦਾ ਹੈ? ਸਤਿਗੁਰੂ ਕਹਿੰਦੇ ਭਗਤੀ ਤੋਂ ਬਿਨਾਂ ਸਰੀਰ ਸਵਾਹ ਹੋ ਜਾਂਦਾ ਹੈ। ਫਿਰ ਬਚਨ ਵੇਖੋ, ਸਰਬ ਕਲਿਆਣ ਸੂਖ ਨਿਧ ਨਾਮ। ਵਾਹਿਗੁਰੂ ਸਭ ਤੋਂ ਜ਼ਿਆਦਾ ਕਲਿਆਣਕਾਰੀ ਹੈ, ਭਵ ਕੇ ਆਨੰਦ ਦੇਣ ਵਾਲਾ ਹੈ, ਸੁੱਖਾਂ ਦਾ ਖਜ਼ਾਨਾ ਹੈ ਨਾਮ। ਬੂੜਤ ਜਾਤ ਪਾਏ ਵਿਸਰਾਮ। ਡੁੱਬਦਾ ਜਾਂਦਾ ਬੰਦਾ ਵਿਸ਼ਰਾਮ ਪਾ ਲੈਂਦਾ ਹੈ। ਇਸ ਨਾਮ ਦੀ ਬਰਕਤ ਦੇ ਨਾਲ, ਨਾਮ ਦੀ ਕਿਰਪਾ ਦੇ ਨਾਲ ਸਗਲ ਦੁੱਖ ਕਾ ਹੋਵਤ ਨਾਸ। ਉਹਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਨਾਨਕ ਨਾਮ ਜਪੋ ਗੁਣਤਾਸ। ਉਸ ਮਾਲਕ ਦੇ ਨਾਮ ਨੂੰ ਜਪੋ ਜਿਹੜਾ ਗੁਣਾਂ ਦਾ ਖਜ਼ਾਨਾ ਹੈ। ਉਪਜੀ ਪ੍ਰੀਤ ਪ੍ਰੇਮ ਰਸ ਚਾਓ। ਜਿਸ ਬੰਦੇ ਦੇ ਅੰਦਰ ਵਾਹਿਗੁਰੂ ਦੀ ਪ੍ਰੀਤ ਅਤੇ ਵਾਹਿਗੁਰੂ ਦਾ ਚਾਅ ਪੈਦਾ ਹੋ ਗਿਆ ਹੈ। ਇਹ ਵੀ ਫਰਕ ਹੈ, ਜਿਹੜਾ ਕੰਮ ਅਸੀਂ ਚਾਅ ਦੇ ਨਾਲ ਕਰਦੇ ਹਾਂ ਉਸ ਕੰਮ ਨੂੰ ਕਰਨ ਦਾ ਤਰੀਕਾ ਹੀ ਕੁਝ ਹੋਰ ਹੁੰਦਾ ਹੈ। ਜਿੱਥੇ ਚਾਹ ਹੋਵੇ ਉੱਥੇ ਬਹੁਤੀ ਵਾਰ ਭੁੱਖ ਵੀ ਨਹੀਂ ਲੱਗਦੀ। ਫਿਰ ਇਸ ਕਰਕੇ ਕਹਿੰਦੇ ਨੇ, ਜਿਸ ਬੰਦੇ ਦੇ ਅੰਦਰ ਨਾਮ ਦੀ ਅਤੇ ਵਾਹਿਗੁਰੂ ਨੂੰ ਮਿਲਣ ਦੀ ਇੱਕ ਚਾਹ ਤਾਂਘ ਪੈਦਾ ਹੋ ਗਈ ਹੈ, ਮਨ ਤਨ ਅੰਤਰ ਇਹੀ ਸੁਆਓ। ਉਹਦੇ ਮਨ ਅਤੇ ਤਨ ਦੇ ਵਿੱਚ ਇਹੋ ਹੀ ਮਨੋਰਥ ਹੈ, ਇਹੀ ਉਹਦੇ ਮਨ ਅਤੇ ਤਨ ਦੇ ਵਿੱਚ ਘੁੰਮਦਾ ਪਿਆ ਹੈ। ਕੀ ਹੈ? ਨੇਤਰੋਂ ਪੇਖ ਦਰਸ ਸੁਖ ਹੋਏ। ਭਾਈ, ਇਹਨਾਂ ਅੱਖਾਂ ਦੇ ਨਾਲ ਗੁਰੂ ਦਾ ਦਰਸ਼ਨ ਕਰਕੇ ਉਹਨੂੰ ਸੁੱਖ ਮਿਲਦਾ ਹੈ, ਸਕੂਨ ਮਿਲਦਾ ਹੈ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਕੋਈ ਕਿਸੇ ਗੱਲ ਨੂੰ ਕਿੱਦਾਂ ਵੀ ਸੋਚਦਾ ਹੈ, ਪਰ ਇੱਕ ਨਾ ਬੜਾ ਆਨੰਦ ਹੈ ਇਸ ਗੱਲ ਦਾ ਵੀ ਜਦੋਂ ਅਸੀਂ ਮਹਾਰਾਜ ਜੀ ਦੀ ਬਾਣੀ ਦਾ ਪ੍ਰਕਾਸ਼ ਕਰਦੇ ਹਾਂ, ਸਤਿਗੁਰੂ ਜੀ ਦੇ ਸਰੂਪ ਦੀ ਸੇਵਾ ਕਰਦੇ ਹਾਂ, ਚਾਹੇ ਸੁੱਖ ਆਸਣ ਦੀ ਸੇਵਾ ਹੈ, ਚਾਹੇ ਪ੍ਰਕਾਸ਼ ਦੀ ਸੇਵਾ ਹੈ, ਚਾਹੇ ਉਸ ਸਰੂਪ ਨੂੰ ਸਿਰ ਦੇ ਉੱਤੇ ਲੈਣ ਦੀ ਸੇਵਾ ਹੈ, ਚਾਹੇ ਗੁਰੂ ਘਰ ਦੇ ਨਾਲ ਕੋਈ ਵੀ ਰਿਲੇਟਡ ਸੇਵਾ ਹੈ, ਪਰ ਖਾਸ ਕਰਕੇ ਇੱਧਰ ਦੀ ਸੇਵਾ ਦਾ ਮੈਂ ਇਹ ਪਾਸਾ ਰੱਖਾਂਗਾ। ਇੱਕ ਚਾਅ ਹੈ ਵੀ ਹਾਂ, ਮਾਲਕ ਨੇ ਸਾਨੂੰ ਇਸ ਪਾਸੇ ਲਾਇਆ ਹੋਇਆ ਹੈ, ਬੜਾ ਮਾਣ ਮਿਲਦਾ ਹੈ ਇਸ ਪਾਸੇ ਤੋਂ। ਜੇ ਮਾਲਕ ਨੇ ਆਪ ਜੀ ਨੂੰ ਇਸ ਪਾਸੇ ਲਾਇਆ ਹੈ ਅਤੇ ਇੱਕ ਸਕੂਨ ਦੀ ਖੇਡ ਹੈ। ਵਾਹਿਗੁਰੂ ਕਿਰਪਾ ਕਰੇ। ਹਜ਼ੂਰ ਕਹਿੰਦੇ, ਨੇਤਰੋਂ ਪੇਖ ਦਰਸ ਸੁਖ ਹੋਏ। ਗੁਰੂ ਦਾ ਦਰਸ਼ਨ ਅੱਖਾਂ ਦੇ ਨਾਲ ਕੀਤਿਆਂ ਇੱਕ ਸੁੱਖ ਹੁੰਦਾ ਹੈ। ਮਨ ਬਿਗਸੈ ਸਾਧ ਚਰਨ ਧੋਏ। ਸਾਧੂ ਦੇ ਚਰਨ ਧੋ ਕੇ, ਭਾਵ ਕਿ ਗੁਰੂ ਦੇ ਪ੍ਰਤੀ ਸੇਵਾ ਕਰਕੇ ਮਨ ਦੇ ਵਿੱਚ ਖੁਸ਼ੀ, ਮਨ ਦੇ ਵਿੱਚ ਆਨੰਦ ਹੁੰਦਾ ਹੈ। ਭਗਤ ਜਨਾਂ ਕੈ ਮਨ ਤਨ ਰੰਗ। ਰੱਬ ਦੇ ਪਿਆਰਿਆਂ ਦੇ ਮਨ ਅਤੇ ਤਨ ਦੇ ਵਿੱਚ ਮਾਲਕ ਦੇ ਨਾਮ ਦਾ ਪਿਆਰ ਹੈ। ਮਨ ਅਤੇ ਤਨ ਕਰਕੇ ਪਿਆਰ ਦੇ ਵਿੱਚ ਨੇ। ਬਿਰਲਾ ਕਉ ਪਾਵੈ ਸੰਗ। ਪਰ ਸਤਿਗੁਰੂ ਕਹਿੰਦੇ, ਇਹਨਾਂ ਰੱਬ ਦੇ ਭਗਤਾਂ ਦਾ ਸੰਗ ਵੀ ਕਿਸੇ ਵਿਰਲੇ ਨੂੰ ਹੀ ਹੁੰਦਾ ਹੈ। ਇਹੋ ਜਿਹੇ ਰੱਬ ਦੇ ਪਿਆਰੇ ਵੀ ਕਿਸੇ ਵਿਰਲੇ ਨੂੰ ਹੀ ਮਿਲਦੇ ਨੇ। ਏਕ ਬਸਤ ਦੀਜੈ ਕਰ ਮਇਆ। ਇਹ ਵਾਹਿਗੁਰੂ ਇੱਕ ਵਸਤੂ ਦੇ ਕਿਰਪਾ ਕਰਕੇ, ਇੱਕ ਦਾਤ ਦੇ ਕਿਰਪਾ ਕਰਕੇ। ਉਹ ਕੀ ਹੈ? ਗੁਰ ਪ੍ਰਸਾਦ ਨਾਮ ਜਪ ਲਿਆ ਕਿ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਤੇਰਾ ਨਾਮ ਜਪ ਸਕੀਏ। ਸਾਡੇ ਉੱਤੇ ਮਇਆ ਕਰ, ਕਿਰਪਾ ਕਰ, ਇਹ ਦਾਤ ਦੇ ਸਾਨੂੰ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਜਿਹੜਾ ਵਾਹਿਗੁਰੂ ਹਰ ਥਾਂ ਦੇ ਉੱਤੇ ਵਿਆਪਕ ਹੈ, ਉਹਦੀ ਮਹਿਮਾ ਨਹੀਂ ਬੋਲੀ ਜਾ ਸਕਦੀ। ਫਿਰ ਆ ਜੋ ਅਗਲਾ ਪਦਾ ਹੈ, ਇਹ ਸਾਰਾ ਸੰਬੋਧਨ ਹੈ। ਜਿੱਦਾਂ ਅਸੀਂ ਕਿਸੇ ਨੂੰ ਆਵਾਜ਼ ਮਾਰਦੇ ਹਾਂ ਨਾ, ਇੱਦਾਂ ਇਹ ਸਾਰੀ ਅਸ਼ਟਪਦੀ ਪਹਿਲਾਂ ਸੰਬੋਧਨ ਹੈ ਅਤੇ ਆਖਰੀ ਅਸ਼ਟਪਦੀਆਂ ਦੇ ਵਿੱਚ, ਆਖਰੀ ਪਦੇ ਦੇ ਵਿੱਚ ਫਿਰ ਜਿਹੜੀ ਇੱਕ ਹੋਰ ਬੇਨਤੀ ਹੈ, ਪ੍ਰਭ ਬਖਸ਼ੰਦ ਦੀਨ ਦਿਆਲ। ਇਹ ਬਖਸ਼ਿਸ਼ਾਂ ਕਰਨ ਵਾਲੇ ਪ੍ਰਭੂ ਅਤੇ ਫਿਰ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ। ਦੀਨ ਦਾ ਮਤਲਬ ਹੁੰਦਾ ਕਮਜ਼ੋਰ। ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਪ੍ਰਭੂ। ਭਗਤ ਵਸ਼ਲ ਸਦਾ ਕਿਰਪਾਲ। ਇਹ ਸਦਾ ਕਿਰਪਾਲੂ ਪ੍ਰਭੂ ਅਤੇ ਭਗਤੀ ਨੂੰ ਪਿਆਰ ਕਰਨ ਵਾਲੇ ਪ੍ਰਭੂ। ਅਨਾਥ ਨਾਥ। ਇਹ ਅਨਾਥਾਂ ਦੇ ਨਾਥ। ਗੋਬਿੰਦ ਗੋਪਾਲ। ਗੋਬਿੰਦ ਭਾਵ ਕਿ ਧਰਤੀ ਦੀ ਜਾਣਕਾਰੀ ਰੱਖਣ ਵਾਲਾ, ਧਰਤੀ ਨੂੰ ਪਾਲਣ ਵਾਲਾ ਗੋਪਾਲ। ਸਰਬ ਘਟਾ ਕਰਤ ਪ੍ਰਤਪਾਲ। ਸਾਰਿਆਂ ਸਰੀਰਾਂ ਨੂੰ ਇਹ ਪਾਲਣ ਵਾਲੇ ਵਾਹਿਗੁਰੂ। ਆਦਿ ਪੁਰਖ ਕਾਰਨ ਕਰਤਾਰ। ਸਾਰਿਆਂ ਦੇ ਆਦਿ, ਸਾਰਿਆਂ ਦੀ ਸ਼ੁਰੂਆਤ ਇਹ ਵਾਹਿਗੁਰੂ। ਸਾਰਿਆਂ ਦੇ ਵਿੱਚ ਵਿਆਪਕ, ਸਾਰਿਆਂ ਦੇ ਕਾਰਨ, ਸਾਰਿਆਂ ਦੇ ਬਣਾਉਣ ਵਾਲੇ ਕਰਤਾ। ਭਗਤ ਜਨਾਂ ਕੇ ਪ੍ਰਾਣ ਆਧਾਰ। ਇਹ ਭਗਤਾਂ ਦੀ ਜ਼ਿੰਦਗੀ ਦੇ ਆਸਰੇ ਵਾਹਿਗੁਰੂ। ਜੋ ਜੋ ਜਪੈ ਸੋ ਹੋਏ ਪੁਨੀਤ। ਜਿਹੜਾ ਤੈਨੂੰ ਆਪਣੇ ਪਿਆਰ ਦੇ ਨਾਲ ਜਪਦਾ ਹੈ, ਜਿਹੜਾ ਵੀ ਤੈਨੂੰ ਜਪਦਾ ਹੈ, ਉਹ ਪੁਨੀਤ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਭਗਤ ਭਾਏ ਲਾਵੈ ਮਨ ਹੀਤ। ਮਨ ਵਿੱਚ ਪਿਆਰ ਕਰਕੇ ਜਿਹੜਾ ਤੇਰੀ ਭਗਤੀ ਕਰਦਾ ਹੈ ਨਾ ਵਾਹਿਗੁਰੂ, ਉਹ ਪੁਨੀਤ ਹੋ ਜਾਂਦਾ ਹੈ।
ਹਮ ਨਿਰਗੁਣ ਯਾਰ। ਉੱਤੇ ਮਹਾਰਾਜ ਨੇ ਸੰਬੋਧਨ ਕੀਤਾ ਹੈ। ਇੱਥੇ ਹੁਣ ਆਪਣੀ ਗੱਲ ਆ ਗਈ, ਸੱਚੇ ਪਾਤਸ਼ਾਹ ਅਸੀਂ ਨਿਰਗੁਣ ਯਾਰ, ਸਾਡੇ ਪੱਲੇ ਕੋਈ ਬਹੁਤਾ ਗੁਣ ਨਹੀਂ ਹੈ। ਹਮ ਨਿਰਗੁਣ ਯਾਰ ਨੀਚ ਅਜਾਨ, ਅਸੀਂ ਨੀਵੇਂ ਹਾਂ, ਅਸੀਂ ਅਣਜਾਣ ਹਾਂ। ਕੀ ਜਾਣਦੇ ਹਾਂ ਅਸੀਂ ਤੇਰੇ ਬਾਰੇ? ਜੇ ਮੈਂ ਤੇਰੇ ਗੁਣਾਂ ਨੂੰ ਵੇਖਾਂ ਤੇ ਇੰਨੀ ਬੇਅੰਤ ਬਖਸ਼ਿਸ਼ ਹੈ ਤੇ ਮੈਂ ਤੇਰਾ ਕੀ ਮੁੱਲ ਪਾ ਰਿਹਾ ਹਾਂ। ਹਮ ਨਿਰਗੁਣ ਯਾਰ ਨੀਚ ਅਜਾਨ, ਪਰ ਸੱਚੇ ਪਾਤਸ਼ਾਹ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ, ਇਹ ਵਾਹਿਗੁਰੂ ਤੇਰੀ ਸ਼ਰਨ ਦੇ ਵਿੱਚ ਆ ਗਏ ਹਾਂ। ਇੱਕ ਬਚਨ ਹੁੰਦਾ ਹੈ ਨਾ ਜਿਹਨੂੰ ਅਸੀਂ ਪੜ੍ਹਦੇ ਹਾਂ, ਬਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਬੱਚਾ ਜਿੰਨਾ ਮਰਜ਼ੀ ਬਾਹਰੋਂ ਲਿਬੜ ਆਵੇ ਅਤੇ ਬਾਹਰ ਦੇ ਤੇ ਕਹਿਣਗੇ ਵੀ ਚੱਲ ਤੈਨੂੰ ਅਸੀਂ ਨਹੀਂ ਚੁੱਕਣਾ, ਅਤੇ ਹੁਣ ਮਾਂ ਵੀ ਕਹੇਗੀ ਵੀ ਤੈਨੂੰ ਮੈਂ ਨਹੀਂ ਚੁੱਕਣਾ। ਸਤਿਗੁਰੂ ਇੱਦਾਂ ਕਹਿੰਦੇ ਨੇ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ, ਵੀ ਸੱਚੇ ਪਾਤਸ਼ਾਹ ਨੀਵੇਂ ਆ, ਅਣਜਾਣ ਆ, ਨਹੀਂ ਸਾਨੂੰ ਇਹਨਾਂ ਗੱਲਾਂ ਦਾ ਪਤਾ, ਪਰ ਤੇਰੀ ਸ਼ਰਨ ਦੇ ਵਿੱਚ ਆ ਗਏ। ਹੁਣ ਤੂੰ ਤਾਂ ਬਾਂਹ ਫੜਨੀ ਆ ਨਾ, ਤੈਨੂੰ ਤਾਂ ਲਾਜ ਹੈ ਇਸ ਗੱਲ ਦੀ ਵੀ ਤੇਰੇ ਕੋਲ ਆ ਗਏ ਹਾਂ। ਇਸ ਕਰਕੇ ਸਲੋਕ 'ਚ ਬੇਨਤੀ ਹੈ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਫਿਰ ਬਚਨ ਵੇਖੋ, ਹਜ਼ੂਰ ਕਹਿੰਦੇ ਨੇ ਸਰਬ ਬੈਕੁੰਠ ਮੁਕਤ ਮੋਖ ਪਾਏ। ਬੜਿਆਂ ਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਵੀ ਸਾਨੂੰ ਬੈਕੁੰਠ ਚਾਹੀਦਾ ਹੈ, ਸਵਰਗ ਚਾਹੀਦਾ ਹੈ, ਮੁਕਤੀ ਚਾਹੀਦੀ ਹੈ, ਮੋਖ ਵੀ ਇਹੋ ਹੀ ਪਾਸਾ ਹੈ। ਮਰਦ ਕਹਿੰਦੇ ਨੇ ਏਕ ਨਿਮਖ ਹਰ ਕੇ ਗੁਣ ਗਾਏ। ਜਿੰਨੇ ਇੱਕ ਸੈਕਿੰਡ ਦੇ ਲਈ ਵੀ ਰੱਬ ਦੇ ਗੁਣ ਗਾ ਲਏ ਨੇ ਨਾ, ਅਜੇ ਤੁਸੀਂ ਉਸ ਅਵਸਥਾ ਦੇ ਉੱਤੇ ਗਾ ਹੀ ਨਹੀਂ ਪਾਉਂਦੇ। ਸਤਿਗੁਰੂ ਕਹਿੰਦੇ ਸਮਝ ਲਓ ਵੀ ਉਹਨੇ ਸਾਰੇ ਸਵਰਗਾਂ ਦੇ ਅਤੇ ਸਾਰੀਆਂ ਮੁਕਤੀਆਂ ਦੇ ਸੁੱਖ ਪਾ ਲਏ ਨੇ, ਜਿਹਨੇ ਇੱਕ ਸੈਕਿੰਡ ਦੇ ਲਈ ਵੀ ਮਾਲਕ ਦੇ ਗੁਣ ਨੂੰ ਗਾ ਲਿਆ ਹੈ। ਮਾਲਕ ਦਾ ਇੱਕ ਪਲ ਦਾ ਜਿਹੜਾ ਸੁੱਖ ਹੈ ਨਾ, ਹਜ਼ੂਰ ਕਹਿੰਦੇ ਨੇ ਉਹ ਸਮਝ ਲਓ ਵੀ ਕਰੋੜਾਂ ਸਵਰਗਾਂ ਦੇ ਬਰਾਬਰ ਹੈ। ਏਕ ਨਿਮਖ ਸੁਖ ਸਾਧ ਸਮਾਗਮ ਸੁਖ ਕੋਟ ਬੈਕੁੰਠੈ ਪਾਏ, ਇਹ ਇੱਦਾਂ ਦੀ ਪੰਕਤੀ ਹੈ। ਏਕ ਨਿਮਖ ਜੋ ਸਿਮਰਨ ਮਹਿ ਜੀਆ, ਤਹਿ ਕੋਟ ਦਿਨਸ ਲਾਖ ਸਦਾ ਥਿਰ ਥੀਆ। ਮਹਾਰਾਜ ਕਹਿੰਦੇ ਇੱਕ ਨਿਮਖ ਸਿਮਰਨ ਦੇ ਵਿੱਚ ਜੀ ਲੈਂਦੇ ਹਾਂ ਤੇ ਸਮਝ ਲਓ ਵੀ ਤੁਹਾਡੀ ਲੱਖਾਂ ਸਾਲ ਦੀ ਉਮਰ ਦੇ ਬਰਾਬਰ ਦਾ ਉਹ ਇੱਕ ਸੈਕਿੰਡ ਹੈ। ਏਡੇ ਕਮਾਲ ਦਾ ਹੈ। ਏਕ ਨਿਮਖ ਹਰ ਕੇ ਗੁਣ ਗਾਏ, ਅਨੇਕ ਰਾਜ ਭੋਗ ਵਡਿਆਈ। ਜਿੱਦਾਂ ਬੰਦੇ ਨੂੰ ਵਡਿਆਈਆਂ ਪ੍ਰਾਪਤ ਕਰਕੇ ਵੀ ਚਾਰ ਜਾਣੇ ਮੈਨੂੰ ਜਾਣਦੇ ਨੇ, ਰਾਜ ਕਰਕੇ ਲੋਕਾਂ ਦੇ ਉੱਤੇ ਹਕੂਮਤਾਂ ਕਰਕੇ, ਤਰ੍ਹਾਂ ਤਰ੍ਹਾਂ ਦੇ ਸਵਾਦ ਵਾਲੇ ਭੋਗ ਛਕ ਕੇ ਅਤੇ ਫਿਰ ਆਨੰਦ ਆਉਂਦਾ ਹੈ ਨਾ। ਹਜ਼ੂਰ ਕਹਿੰਦੇ ਹਰ ਕੇ ਨਾਮ ਕੀ ਕਥਾ ਮਨ ਭਾਈ। ਜਿਹਨੂੰ ਵਾਹਿਗੁਰੂ ਦੇ ਨਾਮ ਦੀ ਕਥਾ ਚੰਗੀ ਲੱਗ ਗਈ ਹੈ ਨਾ, ਸਮਝ ਲਓ ਉਹਨੇ ਓਨੇ ਸੁੱਖ ਪ੍ਰਾਪਤ ਕਰ ਲਏ ਨੇ, ਉਹਨੂੰ ਸਾਰੇ ਟੇਸਟ ਆ ਗਏ ਨੇ। ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ। ਜਿਸ ਬੰਦੇ ਦੀ ਰਸਨਾ ਹਰੀ ਨੂੰ ਨਿਤ ਜਪਦੀ ਹੈ ਨਾ, ਸਮਝ ਲਓ ਉਹਨੇ ਓਨਾ ਸੁੱਖ ਪਾ ਲਿਆ ਹੈ ਜਿੰਨਾ ਸੁੱਖ ਕਿਸੇ ਨੂੰ ਬੜੇ ਸਵਾਦ ਵਾਲੇ ਭੋਜਨ ਛਕ ਕੇ ਅਤੇ ਬੜੇ ਕੱਪੜੇ ਪਹਿਨ ਕੇ ਅਤੇ ਬੜੇ ਸੰਗੀਤ ਦੀਆਂ ਗੱਲਾਂ ਸੁਣ ਕੇ, ਬੜਾ ਸੰਗੀਤ ਸੁਣ ਕੇ ਸਕੂਨ ਜਿਹਾ ਮਿਲਦਾ ਹੈ ਨਾ। ਹਜ਼ੂਰ ਕਹਿੰਦੇ ਜਿੰਨੇ ਜ਼ੁਬਾਨ ਦੇ ਨਾਲ ਮਾਲਕ ਦਾ ਨਾਮ ਜਪ ਲਿਆ ਉਹਨੂੰ ਓਨਾ ਸੁੱਖ ਮਿਲ ਜਾਂਦਾ ਹੈ। ਭਲੀ ਸੋ ਕਰਨੀ ਸੋਭਾ ਤਨਵੰਤ, ਹਿਰਦੈ ਬਸੇ ਪੂਰਨ ਗੁਰਮੰਤ। ਭਾਈ ਜਿਹਦੇ ਹਿਰਦੇ ਦੇ ਵਿੱਚ ਪੂਰੇ ਗੁਰੂ ਦਾ ਮੰਤਰ, ਪੂਰੇ ਗੁਰੂ ਦੀ ਬਾਣੀ ਦਿਲ ਦੇ ਵਿੱਚ ਜਿਹਦੇ ਵਸ ਜਾਂਦੀ ਹੈ ਨਾ, ਹਜ਼ੂਰ ਕਹਿੰਦੇ ਨੇ ਸਮਝ ਲਓ ਉਹਦੀ ਹੀ ਕਰਨੀ ਸਭ ਤੋਂ ਪਵਿੱਤਰ ਹੈ, ਉਹਦੀ ਹੀ ਕਰਨੀ ਸਭ ਤੋਂ ਭਲੀ ਹੈ, ਉਹੀ ਸੋਭਾ ਵਾਲਾ ਹੈ, ਉਹੀ ਧਨਵਾਨ ਹੈ। ਹਿਰਦੈ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੋ ਨਿਵਾਸ। ਐ ਵਾਹਿਗੁਰੂ ਤੇਰੇ ਅੱਗੇ ਅਰਦਾਸ ਹੈ, ਮੈਨੂੰ ਸੰਗਤ ਦੇ ਵਿੱਚ ਥਾਂ ਦੇ, ਮੈਨੂੰ ਸੰਗਤ ਦੇ ਵਿੱਚ ਨਿਵਾਸ ਦੇ। ਸਰਬ ਸੂਖ ਨਾਨਕ ਪਰਗਾਸ, ਸੰਗਤ ਦੇ ਵਿੱਚ ਰਿਹਾ ਹੀ ਮੇਰੀ ਜ਼ਿੰਦਗੀ ਦੇ ਵਿੱਚ ਸਾਰੇ ਸੁੱਖ ਆਉਂਦੇ ਨੇ। ਫਿਰ ਬੇਨਤੀ ਇਸ ਪਾਸੇ ਦੀ ਹੈ, ਹਜ਼ੂਰ ਕਹਿੰਦੇ ਨੇ ਵਾਹਿਗੁਰੂ ਬੜੀਆਂ ਥਾਵਾਂ ਦੇ ਉੱਤੋਂ ਭਟਕ ਕੇ ਅਤੇ ਹੁਣ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ, ਅਤੇ ਬੇਨਤੀ ਇਹ ਹੈ ਕਿ ਮੈਨੂੰ ਆਪਣੇ ਨਾਮ ਦੀ ਦਾਤ ਦੇ, ਅਤੇ ਮੈਂ ਇਹ ਮੰਗਤਾ ਹੋ ਕੇ ਤੇਰੇ ਕੋਲੋਂ ਮੰਗਦਾ ਹਾਂ। ਆਖਰੀ ਗੱਲ ਕਹਿ ਕੇ ਸਮਾਪਤੀ ਕਰਾਂਗਾ। ਜਿੱਥੇ ਅਸੀਂ ਬਾਕੀ ਚੀਜ਼ਾਂ ਬਾਕੀ ਮੰਗਦੇ ਹਾਂ, ਸਾਰੇ ਮੰਗਦੇ ਨੇ, ਸਾਨੂੰ ਮਾਲਕ ਦੇ ਉੱਤੇ ਭਰੋਸਾ ਹੈ। ਹਜ਼ੂਰ ਕਹਿੰਦੇ ਨੇ ਕਿ ਜੋ ਅਸੀਂ ਭਗਤ ਧੰਨਾ ਜੀ ਦਾ ਸ਼ਬਦ ਪੜ੍ਹਦੇ ਹੁੰਦੇ ਹਾਂ, ਗੋਪਾਲ ਤੇਰਾ ਆਰਤਾ, ਪਰ ਵੇਖੋ ਉਹਨਾਂ ਨੇ ਇੱਕ ਸ਼ਬਦ ਵੀ ਬੋਲਿਆ ਹੈ। ਇਹ ਤਾਂ ਠੀਕ ਹੈ ਅਸੀਂ ਕਹਿ ਦਿੱਤਾ ਵੀ ਵੇਖੋ ਜੀ ਦਾਲ ਸੀਧਾ ਮੰਗੋ ਘਿਓ, ਵੀ ਦਾਲ ਵੀ ਮੰਗ ਲਈ ਜੀ, ਆਟਾ ਵੀ ਮੰਗ ਲਿਆ, ਪਰ ਉੱਥੇ ਇੱਕ ਸ਼ਬਦ ਵੇਖੋ ਨਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਜਿਹੜੇ ਤੇਰੀ ਭਗਤੀ ਕਰਦੇ ਨੇ ਤੂੰ ਉਹਨਾਂ ਦੇ ਕਾਰਜ ਸਵਾਰਦਾ ਹੈ। ਆਟਾ ਦਾਲ ਮੰਗ ਲਈਏ ਪਰ ਨਾਲ ਭਗਤੀ ਵਾਲਾ ਪਾਸਾ ਵੀ ਤਾਂ ਰੱਖੀਏ ਨਾ। ਭਗਤ ਧੰਨੇ ਨੇ ਉੱਥੇ ਭਗਤੀ ਦੀ ਗੱਲ ਵੀ ਕੀਤੀ ਹੈ। ਜਿੱਥੇ ਚੀਜ਼ਾਂ ਮੰਗਦੇ ਪਏ ਹਾਂ, ਮੈਂ ਇਹ ਨਹੀਂ ਕਹਿੰਦਾ ਨਹੀਂ ਮੰਗਣੀਆਂ ਚਾਹੀਦੀਆਂ, ਅਸੀਂ ਖੁਦ ਮੰਗਦੇ ਹਾਂ, ਸਾਨੂੰ ਪਤਾ ਵੀ ਇਹਦੇ ਤੋਂ ਬਿਨਾਂ ਹੋਰ ਮੰਗਣਾ ਕਿਹਦੇ ਕੋਲ ਹੈ। ਪਰ ਇੱਕ ਗੱਲ ਹੈ,
ਉਹਦੇ ਕੋਲੋਂ ਨਾਲ ਨਾਮ ਦੀ ਦਾਤ ਵੀ ਮੰਗ ਲਈਏ। ਜਿੱਥੇ ਅਸੀਂ ਅਰਦਾਸ 'ਚ ਮੰਗਦੇ ਹਾਂ, ਵੇਖੋ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਪਰ ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਚੀਜ਼ ਵੇਖੋ ਮੰਗੀ ਜਾਂਦੀ ਹੈ, ਦਾਨਾ ਸਿਰ ਦਾਨ, ਨਾਮਦਾਨ। ਵੀ ਨਾਮਦਾਨ ਜਿਹੜਾ ਨਾ ਸਾਰਿਆਂ ਦਾਨਾਂ ਤੋਂ ਉੱਤੇ ਹੈ, ਬਾਕੀ ਸਾਰੇ ਇਹਦੇ ਅੰਦਰ ਹੀ ਆ ਜਾਂਦੇ ਨੇ। ਇਸ ਕਰਕੇ ਜਿੱਥੇ ਬਾਕੀ ਦੁਨਿਆਵੀ ਚੀਜ਼ਾਂ ਮੰਗਦੇ ਹਾਂ, ਤੰਦਰੁਸਤੀਆਂ ਮੰਗਦੇ ਹਾਂ, ਸੁੱਖ ਸ਼ਾਂਤੀ ਮੰਗਦੇ ਹਾਂ, ਮੰਗੀਏ, ਪਰ ਉਹਦੇ ਕੋਲੋਂ ਨਾਲ ਨਾਮ ਦੀ ਦਾਤ ਵੀ ਮੰਗੀਏ। ਦਿਨ ਦੇ ਵਿੱਚ ਜਿੰਨੀ ਵਾਰ ਵੀ ਸ਼ਲੋਕ ਪੜ੍ਹ ਲਿਆ ਜਾਵੇ, ਕੋਈ ਹਿਸਾਬ ਨਹੀਂ। ਜ਼ਰੂਰੀ ਨਹੀਂ ਵੀ ਸੁਖਮਨੀ ਸਾਹਿਬ ਦੇ ਨਾਲ ਹੀ ਪੜ੍ਹਨਾ ਹੈ, ਜੇ ਇਕੱਲਾ ਵੀ ਪੜ੍ਹਿਆ ਜਾਂਦਾ ਹੈ, ਬੈਠਿਆਂ ਵੇਲੇ ਸ਼ਲੋਕ ਤਾਂ ਯਾਦ ਹੀ ਹੈ, ਬਸ ਜਿੰਨੀ ਵਾਰ ਵੀ ਪੜ੍ਹਿਆ ਜਾਵੇ, ਨਾਲੇ ਅਰਦਾਸ ਹੋ ਜਾਣੀ, ਨਾਲੇ ਬਾਣੀ ਪੜ੍ਹੀ ਜਾਣੀ ਹੈ। ਸਤਿਗੁਰੂ ਕਿਰਪਾ ਕਰਨ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਦੇ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਤ ਸੰਗਤ।